ओके, उत्पत्ति दा पहला भाग उसदियां पहलियां 25 है जिस नूं मिल जाए। ਸਾਰਿਆਂ ਨੂੰ ਜੈ ਮਸੀਹ ਦੀ। ਸਫਾ ਹੈਗਾ 2 ਪੁਰਾਣੇ ਨੇਮ ਦਾ। ਸ੍ਰਿਸ਼ਟੀ ਦੀ ਰਚਨਾ। ਆਦਿ ਵਿੱਚ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਧਰਤੀ ਬਿਨਾਂ ਕਿਸੇ ਰੂਪ ਦੇ ਅਤੇ ਸੁੰਨੀ ਸੀ। ਡੂੰਘੇ ਸਮੁੰਦਰ ਸੀ, ਸਤ੍ਹਾ ਉੱਤੇ ਹਨੇਰਾ ਸੀ। ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਮੰਡਲਾ ਰਿਹਾ ਸੀ। ਪਰਮੇਸ਼ਰ ਨੇ ਕਿਹਾ ਚਾਨਣ ਹੋਵੇ ਤਾਂ ਇਹ ਹੋ ਗਿਆ। ਪਰਮੇਸ਼ਰ ਨੂੰ ਇਹ ਚੰਗਾ ਲੱਗਾ। ਉਸਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ। ਪਰਮੇਸ਼ਰ ਨੇ ਚਾਨਣ ਨੂੰ ਦਿਨ ਕਿਹਾ ਅਤੇ ਹਨੇਰੇ ਨੂੰ ਰਾਤ। ਤਦ ਸੰਝ ਹੋਈ ਅਤੇ ਸਵੇਰ ਆਈ ਜੋ ਪਹਿਲਾ ਦਿਨ ਸੀ। ਪਰਮੇਸ਼ਰ ਨੇ ਕਿਹਾ ਪਾਣੀਆਂ ਦੇ ਵਿਚਕਾਰ ਇੱਕ ਦੂਰੀ ਹੋਵੇ ਜੋ ਪਾਣੀਆਂ ਨੂੰ ਵੱਖ ਕਰੇ, ਤਾਂ ਇਹ ਹੋ ਗਿਆ। ਇਸ ਤਰ੍ਹਾਂ ਪਰਮੇਸ਼ਰ ਨੇ ਇਹ ਦੂਰੀ ਪੈਦਾ ਕੀਤੀ ਅਤੇ ਇਸ ਦੇ ਦੁਆਰਾ ਉਸ ਨੇ ਹੇਠਲੇ ਤੋਂ ਉਤਲੇ ਪਾਣੀਆਂ ਨੂੰ ਵੱਖ ਕੀਤਾ। ਪਰਮੇਸ਼ਰ ਨੇ ਇਸ ਦੂਰੀ ਨੂੰ ਆਕਾਸ਼ ਕਿਹਾ। ਤਦ ਸੰਝ ਹੋਈ ਅਤੇ ਸਵੇਰ ਆਈ ਜੋ ਦੂਜਾ ਦਿਨ ਸੀ। ਪਰਮੇਸ਼ਰ ਨੇ ਕਿਹਾ ਆਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਕਿ ਸੁੰਨੀ ਜ਼ਮੀਨ ਦਿਖਣ ਲੱਗ ਪਵੇ, ਤਾਂ ਇਹ ਹੋ ਗਿਆ। ਪਰਮੇਸ਼ਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਕਿਹਾ ਅਤੇ ਇੱਕ ਥਾਂ ਇਕੱਠੇ ਹੋ ਚੁੱਕੇ ਪਾਣੀਆਂ ਨੂੰ ਸਮੁੰਦਰ ਕਿਹਾ। ਪਰਮੇਸ਼ਰ ਨੇ ਇਹ ਦੇਖਿਆ ਤਾਂ ਉਸ ਨੂੰ ਚੰਗਾ ਲੱਗਾ। ਪਰਮੇਸ਼ਰ ਨੇ ਕਿਹਾ ਧਰਤੀ ਉੱਤੇ ਘਾਹ, ਸਾਗ ਪੱਤ ਅਤੇ ਫਲਦਾਰ ਰੁੱਖ ਪੈਦਾ ਹੋਣ ਜੋ ਆਪਣੀ ਕਿਸਮ ਅਨੁਸਾਰ ਧਰਤੀ ਉੱਤੇ ਫਲਦਾਰ ਹੋਣ, ਤਾਂ ਇਹ ਹੋ ਗਿਆ। ਸੋ ਧਰਤੀ ਨੇ ਘਾਹ, ਸਾਗ ਪੱਤ ਅਤੇ ਫਲਦਾਰ ਰੁੱਖ ਜੋ ਆਪਣੀ ਆਪਣੀ ਕਿਸਮ ਅਨੁਸਾਰ ਆਪਣਾ ਆਪਣਾ ਬੀਜ ਪੈਦਾ ਕਰਦੇ ਹਨ ਪੈਦਾ ਕੀਤੇ। ਪਰਮੇਸ਼ਰ ਨੇ ਦੇਖਿਆ ਤਾਂ ਉਸ ਨੂੰ ਇਹ ਚੰਗਾ ਲੱਗਾ। ਤਦ ਸੰਝ ਹੋਈ ਅਤੇ ਸਵੇਰ ਆਈ ਜੋ ਤੀਜਾ ਦਿਨ ਸੀ। ਪਰਮੇਸ਼ਰ ਨੇ ਕਿਹਾ ਆਕਾਸ਼ ਦੇ ਵਿਚਕਾਰ ਜੋਤਾਂ ਹੋਣ ਜੋ ਦਿਨ ਨੂੰ ਰਾਤ ਨਾਲੋਂ ਵੱਖ ਕਰਨ ਅਤੇ ਜੋ ਚਿੰਨ੍ਹਾਂ, ਮੌਸਮਾਂ, ਦਿਨਾਂ ਅਤੇ ਸਾਲਾਂ ਦਾ ਆਧਾਰ ਹੋਣ। ਇਹ ਜੋਤਾਂ ਆਕਾਸ਼ ਦੇ ਵਿੱਚ ਚਮਕਣ ਕਿ ਧਰਤੀ ਉੱਤੇ ਚਾਨਣ ਹੋਵੇ, ਤਾਂ ਇਹ ਹੋ ਗਿਆ। ਸੋ ਪਰਮੇਸ਼ਰ ਨੇ 2 ਵੱਡੀਆਂ ਜੋਤਾਂ ਬਣਾਈਆਂ, ਵੱਡੀ ਦਿਨ ਤੇ ਰਾਜ ਕਰਨ ਲਈ ਅਤੇ ਛੋਟੀ ਰਾਤ ਤੇ। ਉਸ ਨੇ ਇਹਨਾਂ ਦੇ ਨਾਲ ਤਾਰੇ ਵੀ ਬਣਾਏ। ਤਦ ਪਰਮੇਸ਼ਰ ਨੇ ਇਹ ਦੋਵੇਂ ਜੋਤਾਂ ਆਕਾਸ਼ ਦੇ ਵਿੱਚ ਰੱਖੀਆਂ ਕਿ ਉਹ ਧਰਤੀ ਉੱਤੇ ਅਰਥਾਤ ਦਿਨ ਤੇ ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਹਨੇਰੇ ਤੋਂ ਵੱਖ ਕਰਨ। ਪਰਮੇਸ਼ਰ ਨੇ ਦੇਖਿਆ ਤਾਂ ਉਸ ਨੂੰ ਇਹ ਚੰਗਾ ਲੱਗਾ। ਤਦ ਸੰਝ ਹੋਈ ਅਤੇ ਸਵੇਰ ਆਈ ਜੋ ਚੌਥਾ ਦਿਨ ਸੀ। ਪਰਮੇਸ਼ਰ ਨੇ ਕਿਹਾ ਪਾਣੀ ਜਿਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਧਰਤੀ ਉੱਤੇ ਆਕਾਸ਼ਾਂ ਦੀਆਂ ਉਚਾਈਆਂ ਤੇ ਪੰਛੀ ਉੱਡਣ, ਤਾਂ ਇਹ ਹੋ ਗਿਆ। ਸੋ ਪਰਮੇਸ਼ਰ ਨੇ ਵੱਡੇ ਵੱਡੇ ਸਮੁੰਦਰੀ ਜੰਤੂਆਂ ਅਤੇ ਹੋਰ ਪਾਣੀਆਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਉਹਨਾਂ ਦੀਆਂ ਨਸਲਾਂ ਅਨੁਸਾਰ ਪੈਦਾ ਕੀਤਾ। ਜੋ ਉਸ ਨੇ ਖੰਭਾਂ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਵੀ ਉਤਪੰਨ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਸ ਦਿੱਤੀ ਵਧੋ ਫੁੱਲੋ ਅਤੇ ਸਮੁੰਦਰ ਦੇ ਸਭ ਪਾਣੀਆਂ ਨੂੰ ਭਰ ਦੇਵੋ ਅਤੇ ਪੰਛੀ ਧਰਤੀ ਉੱਤੇ ਗਿਣਤੀ ਵਿੱਚ ਵਧਣ। ਤਦ ਸੰਝ ਹੋਈ ਅਤੇ ਸਵੇਰ ਆਈ ਜੋ 5ਵਾਂ ਦਿਨ ਸੀ। ਪਰਮੇਸ਼ਰ ਨੇ ਕਿਹਾ ਧਰਤੀ ਉੱਤੇ ਹਰ ਪ੍ਰਕਾਰ ਦੇ ਪਸ਼ੂ, ਪੇਟ ਦੇ ਭਾਰ ਚੱਲਣ ਵਾਲੇ ਜੀਵ ਅਤੇ ਜੰਗਲੀ ਜਾਨਵਰ ਪੈਦਾ ਹੋ ਜਾਣ, ਤਾਂ ਇਹ ਹੋ ਗਿਆ। ਸੋ ਪਰਮੇਸ਼ਰ ਨੇ ਹਰ ਪ੍ਰਕਾਰ ਦੇ ਧਰਤੀ ਉੱਤੇ ਰਹਿਣ ਵਾਲੇ ਜੰਗਲੀ ਜਾਨਵਰ, ਪਸ਼ੂ ਅਤੇ ਪੇਟ ਦੇ ਭਾਰ ਚੱਲਣ ਵਾਲੇ ਜੀਵ ਪੈਦਾ ਕੀਤੇ। ਉਸ ਨੇ ਇਹ ਦੇਖਿਆ ਤਾਂ ਉਸ ਨੂੰ ਇਹ ਚੰਗਾ ਲੱਗਾ। ਬਸ ਇੱਥੇ ਤਾਂ ਠੀਕ ਹੈ। ਪੜੇ ਸੁਣੇ ਜਾਣ ਤੇ ਸਾਰਿਆਂ ਨੂੰ ਥੈਂਕ ਯੂ ਬ੍ਰਦਰ। ਜਿਸ ਵੇਲੇ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਉਂਦੇ ਹਾਂ ਔਰ ਜਿਸ ਲਈ ਅਸੀਂ ਪਹਿਲੀ ਆਇਤ ਪੜ੍ਹਦੇ ਹਾਂ ਕਿ ਆਦ ਦੇ ਵਿੱਚ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਧਰਤੀ ਬਿਨਾਂ ਕਿਸੇ ਸਰੂਪ ਦੇ ਸੁੰਨੀ ਸੀ। ਡੂੰਘੇ ਸਮੁੰਦਰ ਦੀ ਸਤਹ ਦੇ ਉੱਤੇ ਹਨੇਰਾ ਸੀ ਔਰ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾ ਰਿਹਾ ਸੀ। ਨਾ ਸਾਨੂੰ ਇਹ ਦੱਸਿਆ ਜਾਂਦਾ ਕਿ ਜਿਹੜੀ ਧਰਤੀ ਆ ਉਹ ਮਿਲੀਅਨ ਤੇ ਬਿਲੀਅਨ ਤੇ ਟ੍ਰਿਲੀਅਨ ਈਅਰਸ ਓਲਡ ਆ। ਪਹਿਲੀ ਆਇਤ ਔਰ ਦੂਸਰੀ ਆਇਤ ਦੇ ਵਿੱਚ ਜਿਹੜਾ ਉਹ ਸਾਰਾ ਸਮਾਂ ਆ ਜਾਂਦਾ। ਇੰਨੇ ਸਮੇਂ ਤੱਕ ਜਿਹੜੀ ਧਰਤੀ ਆ ਉਹ ਬਿਨਾਂ ਕਿਸੇ ਸਰੂਪ ਦੇ ਸੀ, ਬਿਨਾਂ ਕਿਸੇ ਤੁਸੀਂ ਕਹਿੰਦੇ ਗਰੂਪ ਦੇ ਸੀ ਔਰ ਸੁੰਨੀ ਸੀ। ਨਾ ਉਹ ਜਿਹੜੇ ਬਿਲੀਅਨ ਟ੍ਰਿਲੀਅਨ ਡਾਲਰ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਜਾਨਵਰ ਪਾਉਂਦੇ ਆ, ਦੈਟ ਇਜ਼ ਨਾਟ ਟਰੂ। ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ।
लेकिन जिसले ਅਸੀਂ ਇੱਥੇ ਦੇਖਦੇ ਪਏ ਆ ਤੇ ਇੱਥੇ ਜਿਹੜੀ ਗੱਲ ਸਭ ਤੋਂ ਪਹਿਲੀ ਆਉਂਦੀ ਪਈ ਆ ਉਹ ਬ੍ਰਹਿਮੰਡ ਦੀ ਨਹੀਂ ਆਉਂਦੀ ਪਈ, ਧਰਤੀ ਦੀ ਆਉਂਦੀ ਪਈ, ਧਰਤੀ ਦੀ ਆਉਂਦੀ ਪਈ ਆ। 1960s ਤੋਂ ਇਹ ਝੱਕ ਮਾਰਦੇ ਪਏ ਆ, ਇਹਨਾਂ ਨੇ ਅਰਬਾਂ ਖਰਬਾਂ ਰੁਪਏ ਦਾ ਜਿਹੜਾ ਹੈਗਾ ਆ ਉਹ ਖਰਚ ਦਿੱਤੇ ਆ ਇਹ ਲੱਭਦੇ ਆ ਕਿ ਦੂਸਰੀਆਂ ਧਰਤੀਆਂ ਦੇ ਉੱਤੇ ਕੋਈ ਜ਼ਿੰਦਗੀ ਹੈਗੀ ਕਿ ਨਹੀਂ। ਐਟ ਐਵਰੀ ਟਾਈਮ ਇਹ ਖਾਲੀ ਹੱਥ ਵਾਪਸ ਆਉਂਦੇ। ਔਰ ਜਿਸ ਵੇਲੇ ਅਸੀਂ ਪ੍ਰਭੂ ਦੇ ਸ਼ਬਦ ਦੇ ਵਿੱਚ ਅਸੀਂ ਪਹਿਲੀ ਆਇਤ ਨੂੰ ਪੜ੍ਹਦੇ ਹਾਂ ਤਾਂ ਪਹਿਲੀ ਆਇਤ ਇਹ ਸਾਨੂੰ ਖੋਲ ਕੇ ਦੱਸ ਦਿੰਦੀ ਆ ਕਿ ਪ੍ਰਭੂ ਦਾ ਜਿਹੜਾ ਪੂਰੇ ਦਾ ਪੂਰਾ ਧਿਆਨ ਆ ਉਹ ਧਰਤੀ ਦੇ ਉੱਤੇ, ਉਹਦਾ ਧਿਆਨ ਧਰਤੀ ਦੇ ਉੱਤੇ, ਔਰ ਧਰਤੀ ਤੋਂ ਹੀ ਉਸਨੂੰ ਉਸਦਾ ਜਿਹੜਾ ਪੂਰਾ ਦਾ ਪੂਰਾ ਬਾਕੀ ਜਿਹੜੀਆਂ ਵੀ ਚੀਜ਼ਾਂ ਬਣੀਆਂ ਹੈਗੀਆਂ ਉਹ ਸਾਰੀਆਂ ਉਸਦੀਆਂ ਸੇਵਕ, ਬ੍ਰਹਮੰਡਲ ਜਿੰਨਾ ਵੀ ਬਣਿਆ ਉਸਦੀ ਸੇਵਾ ਦੇ ਲਈ ਬਣਿਆ। ਲੇਕਿਨ ਜਿਹੜਾ ਉਹਦਾ ਸਾਰੇ ਦਾ ਸਾਰਾ ਧਿਆਨ ਆ ਉਹ ਧਰਤੀ ਦੇ ਉੱਤੇ, ਜਿਸ ਤਰ੍ਹਾਂ ਬਾਪ ਦਾ ਸਾਰਾ ਧਿਆਨ ਉਸਦੇ ਆਪਣੇ ਘਰ ਔਰ ਘਰਾਣੇ ਦੇ ਉੱਤੇ। ਧਰਤੀ ਪਰਮੇਸ਼ਵਰ ਦਾ ਘਰਾਣਾ ਰਹਿੰਦਾ ਉਹ ਸਵਰਗ ਦੇ ਵਿੱਚ, ਲੇਕਿਨ ਇਹ ਉਸਦਾ ਘਰਾਣਾ ਹੈ, ਉਸਦੀ ਹਜ਼ੂਰੀ ਸਾਡੇ ਨਾਲ ਵਾਸ ਕਰਦੀ ਹੈ, ਪਰ ਧਰਤੀ ਉਹਦਾ ਘਰਾਣਾ ਹੈ। ਇਸ ਚੀਜ਼ ਨੂੰ ਹਮੇਸ਼ਾ ਅਸੀਂ ਜਿਸ ਲਈ ਇਸ ਤਰੀਕੇ ਦੇ ਨਾਲ ਦੇਖਦੇ ਹਾਂ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਫਜ਼ੂਲ ਕਿਸਮ ਦੀਆਂ ਗੱਲਾਂ ਉਹ ਦੂਰ ਹੋ ਜਾਂਦੀਆਂ। ਅੱਗੇ ਜਾ ਕੇ ਇਸ ਨੂੰ ਹੋਰ ਅਸੀਂ ਕਲੈਰਿਟੀ ਦੇ ਨਾਲ ਦੇਖਾਂਗੇ। ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਆਉਂਦਾ ਕਿ ਡੂੰਘੇ ਸਮੁੰਦਰ ਦੇ ਉੱਤੇ ਹਨੇਰਾ ਸੀ ਔਰ ਪ੍ਰਭੂ ਨੇ ਕਿਹਾ ਚਾਨਣ ਹੋ ਜਾਏ ਔਰ ਚਾਨਣ ਹੋ ਜਾਏ। ਔਰ ਪਰਮੇਸ਼ਰ ਨੇ ਚਾਨਣ ਨੂੰ ਦਿਨ ਕਿਹਾ ਅਤੇ ਹਨੇਰੇ ਨੂੰ ਰਾਤ ਕਿਹਾ। ਔਰ ਤੁਸੀਂ ਇਹ ਦੇਖੋ ਕਿ ਇੱਥੇ ਚਾਨਣ ਕਿਹੜਾ ਚਾਨਣ ਹੋਇਆ, ਕੌਣ ਉਹ ਚਾਨਣ? ਕਿਉਂਕਿ ਸੂਰਜ ਤਾਂ ਹਾਲੇ ਬਣਿਆ ਵੀ ਨਹੀਂ, ਨਾ ਪਰਮੇਸ਼ਰ ਨੇ ਚੰਦਰਮਾ ਹਾਲੇ ਬਣਾਇਆ, ਉਹ ਤਾਂ ਜਾ ਕੇ ਤੀਸਰੇ ਦਿਨ ਦੀ ਕ੍ਰੀਏਸ਼ਨ। ਪਰ ਉਸ ਵੇਲੇ ਚਾਨਣ ਕੌਣ ਆ? ਇੱਥੇ ਲਿਖ ਲਓ ਤੁਸੀਂ ਯਹੋਨਾ ਦਾ 8ਵਾਂ ਭਾਵ ਇਹਦੇ ਨਾਲ ਲਿਖ ਲਓ। ਜਿਹੜੀ ਦੂਸਰੀ ਆਇਤ ਤੀਸਰੀ ਆਇਤ ਪਰਮੇਸ਼ਰ ਨੇ ਕਿਹਾ ਚਾਨਣ ਹੋਵੇ, ਇਹਦੇ ਨਾਲ ਯਹੋਨਾ ਦਾ 8ਵਾਂ ਭਾਵ ਲਿਖ ਲਓ। ਜੌਨ ਚੈਪਟਰ 8। ਔਰ ਉਹਨਾਂ ਹਿੱਸਿਆਂ ਨੂੰ ਅਸੀਂ ਜਾ ਕੇ ਪੜਾਂਗੇ, ਲੇਕਿਨ ਤੁਸੀਂ ਹਾਲੇ ਤੱਕ ਜਿਸ ਤਰ੍ਹਾਂ ਲਿਖਦੇ ਜਾਓ, ਪੜਾਂਗੇ ਆਪਾਂ ਜ਼ਰੂਰ, ਡੋਂਟ ਵਰੀ, ਪੜਾਂਗੇ ਆਪਾਂ, ਜਾਵਾਂਗੇ ਉੱਤੇ। ਇਸ ਵੇਲੇ ਕਿਉਂਕਿ ਮੈਂ ਮੰਗਦਾ ਕਿ ਸਾਰੇ ਤੁਹਾਡੇ ਜਿਹੜੇ ਨੋਟਸ ਆ ਉਹ ਲਿਖੇ ਜਾਣ। ਚਾਨਣ ਕੌਣ? ਚਾਨਣ ਜਿਸ ਨੇ ਕਿਹਾ ਜਗਤ ਦਾ ਚਾਨਣ ਮੈਂ, ਯਿਸੂ ਮਸੀਹ ਨੇ। ਮੈਂ ਕਿਉਂ ਤੁਹਾਨੂੰ ਵਰਸ ਨਹੀਂ ਦਿੱਤੀ, ਚੈਪਟਰ ਦਿੱਤਾ, ਕਾਰਨ ਇਹ ਹੈ ਕਿ ਮੈਂ ਵਰਸਾਂ ਦੇ ਵਿੱਚ ਇੰਨਾ ਵਿਸ਼ਵਾਸ ਨਹੀਂ ਕਰਦਾ। ਮੈਂ ਆਮ ਚੈਪਟਰ ਮੈਂ ਜਿਸ ਵੇਲੇ ਮੈਂ ਵਚਨ ਨੂੰ ਉਹਦੀ ਪੂਰਨਤਾ ਦੇ ਵਿੱਚ ਪੜ੍ਹਦਾ, ਮੈਨੂੰ ਉਹ ਪਸੰਦ ਕਰਦਾ, ਮੈਨੂੰ ਉਹ ਖੋਲ ਕੇ ਮੇਰੇ ਸਾਹਮਣੇ ਸਭ ਕੁਝ ਰੱਖ ਦਿੰਦਾ। ਔਰ ਉਹਦੇ ਵਿੱਚ ਉਹ ਵਰਸ ਕਿਉਂ ਦਿੱਤੀ ਗਈ ਆ, ਉਸਦਾ ਮਤਲਬ ਕੀ ਆ, ਉਹ ਨਾਲ ਖੁੱਲ ਕੇ ਵਾਪਸ ਆਉਂਦਾ, ਕਿਉਂਕਿ ਵਚਨ ਖੋਲਦਾ ਹੋਰ ਕੋਈ ਚੀਜ਼ ਨਹੀਂ ਖੋਲਦੀ। ਸੋ ਯਹੋਨਾ ਦਾ ਚੈਪਟਰ 8। ਔਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲੀ ਚੀਜ਼ ਜਿਹੜੀ ਆਈ ਆ ਹਨੇਰੇ ਦੇ ਉੱਤੇ, ਜਿਹੜੀ ਆਈ ਆ ਉਹ ਹੈ ਪਰਮੇਸ਼ਰ ਨੇ ਕਿਹਾ। ਸੋ ਇੱਥੇ ਅਸੀਂ ਸਭ ਤੋਂ ਪਹਿਲਾਂ ਸ਼ਬਦ ਇੱਥੇ ਸੁਣਾਈ ਦਿੰਦਾ। ਤੀਸਰੀ ਆਇਤ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ, ਕਿਉਂਕਿ these are the beginnings, ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਅਸੀਂ ਦੇਖਣੀ। ਅਸੀਂ ਧਰਤੀ ਦੀ ਸ਼ੁਰੂਆਤ ਦੇਖਣੀ ਆ, ਅਸੀਂ ਧਰਤੀ ਦੀਆਂ ਚੀਜ਼ਾਂ ਦੀ ਸ਼ੁਰੂਆਤ ਦੇਖਣੀ ਆ, ਅਸੀਂ ਮਾਨਵ ਦੀ ਸ਼ੁਰੂਆਤ ਦੇਖਣੀ ਆ, ਅਸੀਂ ਮਾਨਵ ਨੂੰ ਇੱਕ ਪਰਿਵਾਰ ਦਿੱਤਾ ਜਾਣਾ ਉਹਦੀ ਸ਼ੁਰੂਆਤ ਦੇਖਣੀ ਆ, ਪਾਪ ਦੀ ਸ਼ੁਰੂਆਤ ਦੇਖਣੀ ਆ, ਉਸ ਤੋਂ ਬਾਅਦ ਅਸੀਂ ਤਬਾਹੀਆਂ ਦੀ ਸ਼ੁਰੂਆਤ ਦੇਖਣੀ ਆ। ਅਸੀਂ ਬਹੁਤ ਸਾਰੀਆਂ ਸ਼ੁਰੂਆਤਾਂ
इस बड़ा शिप दास्ता ਇਹਦੇ ਲਈ ਕਿਹਾ ਜਾਂਦਾ। ਔਰ ਉੱਥੇ ਜਿਹੜਾ ਹੀਬਰੂ ਚ ਦਾ ਮਤਲਬ ਹੈ ਕਿ ਸ਼ੁਰੂਆਤਾਂ ਦੀ ਪੁਸਤਕ, ਇਹ ਸ਼ੁਰੂਆਤਾਂ ਦੀ ਪੁਸਤਕ। ਸੋ ਸਭ ਤੋਂ ਪਹਿਲਾਂ ਅਸੀਂ ਇੱਥੇ ਕੀ ਸੁਣਦੇ ਪਏ ਹਾਂ, ਜਿਸ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਅਸੀਂ ਸੁਣਦੇ ਪਏ ਹਾਂ ਉਹ ਹੈ ਸ਼ਬਦ, ਪਰਮੇਸ਼ਵਰ ਦਾ ਸ਼ਬਦ। ਪਰਮੇਸ਼ਵਰ ਨੇ ਕਿਹਾ ਔਰ ਅਸੀਂ ਉੱਥੇ ਸ਼ਬਦ ਸੁਣਦੇ ਪਏ। ਸੋ ਜਿੱਥੇ ਸਭ ਤੋਂ ਪਹਿਲੀ ਵਾਰੀ ਆਉਂਦਾ ਹੈ ਤੀਸਰੀ ਆਇਤ ਦੇ ਵਿੱਚ ਪਰਮੇਸ਼ਵਰ ਨੇ ਕਿਹਾ, ਉਹਦੇ ਮੋਹਰੇ ਲਿਖ ਲਓ ਸ਼ਬਦ। ਔਰ ਨਾਲ ਲਿਖ ਲਓ ਜੌਨ ਚੈਪਟਰ 1। ਜੌਨ ਚੈਪਟਰ 1। ਔਰ ਫਿਰ ਪ੍ਰਭੂ ਨੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਦੀ ਉਤਪਤੀ ਸ਼ੁਰੂ ਕੀਤੀ ਨਾ। ਹੁਣ ਜਿਹੜੇ ਸਾਡੇ ਵਿੱਚੋਂ ਜਿਹੜੇ ਭੈਣ ਭਰਾ ਕਾਉਂਸਲਿੰਗ ਦੇ ਵਿੱਚ, ਉਹਨਾਂ ਦੇ ਲਈ ਇਹ ਆਇਤਾਂ ਜਿਹੜੀਆਂ ਪਹਿਲੀਆਂ 3 ਆਇਤਾਂ ਉਹ ਬਹੁਤ ਮੇਨ ਆਇਤਾਂ। ਉਸਦਾ ਕਾਰਨ ਕੀ ਆ ਕਿ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਦਾ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਪ੍ਰਭੂ ਆ, ਔਰ ਸਾਰੀਆਂ ਚੀਜ਼ਾਂ ਜਿਹੜੀ ਧਰਤੀ ਆ ਉਹ ਸੁੰਨੀ ਆ, ਕੇਓਸ। ਔਰ ਪ੍ਰਭੂ ਦਾ ਜਿਹੜਾ ਆਤਮਾ ਉਹਦੇ ਉੱਤੇ ਮੰਡਰਾ ਰਿਹਾ, ਔਰ ਉਹਦੇ ਵਿੱਚੋਂ ਇੱਕ ਨਵਾਂਪਨ, ਇੱਕ ਜ਼ਿੰਦਗੀ ਪੈਦਾ ਹੁੰਦੀ ਪਈ। ਪ੍ਰਭੂ ਦਾ ਆਤਮਾ ਜਿਹੜਾ ਸਾਨੂੰ ਉਹ ਸਾਡੀਆਂ ਬਣੀਆਂ ਚੀਜ਼ਾਂ ਦੇ ਵਿੱਚ ਨੂੰ ਮੁੜ ਕੇ ਬਣਾਉਣ ਦੇ ਲਈ ਨਹੀਂ ਦਿੱਤਾ ਗਿਆ, ਉਹਦੇ ਲਈ ਪਰਮੇਸ਼ਰ ਬੁੱਧ ਦਿੰਦਾ। ਪਰ ਜਿੱਥੇ ਜਿੱਥੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੇਓਸ ਹੁੰਦਾ, ਔਰ ਜਿੱਥੇ ਜਿੱਥੇ ਵੀ ਉਜੜੀਆਂ ਚੀਜ਼ਾਂ ਹੁੰਦੀਆਂ, ਔਰ ਜਿੱਥੇ ਜਿੱਥੇ ਵੀ ਕੋਈ ਇਨਸਾਨ ਕਹਿੰਦਾ ਆ ਨਹੀਂ ਹੋ ਸਕਦਾ ਕਿਉਂਕਿ ਇਹ ਹੈ ਹੀ ਨਹੀਂ, ਪਰਮੇਸ਼ਰ ਉੱਥੋਂ, ਪ੍ਰਭੂ ਦਾ ਆਤਮਾ ਉੱਥੋਂ ਉਤਪਤ ਕਰਕੇ ਦਿਖਾਉਂਦਾ ਕਿ ਉਹ ਹੈ। ਨਿਰਾਸ਼ਿਆਂ ਦੀ ਆਸ ਆਓ, ਉਜੜੀਆਂ ਚੀਜ਼ਾਂ ਦੇ ਵਿੱਚੋਂ ਨਵਾਂਪਨ, ਪ੍ਰਭੂ ਦਾ ਜਿਹੜਾ ਆਤਮਾ ਆ ਉਹ ਇਹ ਕੰਮ ਕਰਦਾ। ਸੋ ਪ੍ਰਭੂ ਦਾ ਆਤਮਾ ਦੂਸਰੀ ਚੀਜ਼ ਇੱਥੇ ਮੰਡਰਾ ਰਿਹਾ, ਪ੍ਰਭੂ ਦਾ ਸ਼ਬਦ ਬੋਲਦਾ ਪਿਆ, ਆਤਮਾ ਉਸ ਨੂੰ ਉਹਨਾਂ ਚੀਜ਼ਾਂ ਨੂੰ ਪੈਦਾ ਕਰ ਰਿਹਾ। ਸੋ ਇੱਥੇ ਸਾਨੂੰ ਸਾਡੀ ਤ੍ਰਿਏਕ ਜਿਹੜੀ ਸਾਡੀ ਪ੍ਰਭੂ ਯਿਸੂ ਮਸੀਹ ਜੋ ਸ਼ਬਦ ਆ, ਬਾਪ ਜੋ ਸਵਰਗ ਦੇ ਵਿੱਚ ਆ, ਆਤਮਾ ਜੋ ਸਾਡੇ ਨਾਲ ਆ, ਉਹ ਕਿਸ ਤਰ੍ਹਾਂ ਕੰਮ ਕਰਦਾ ਉਹ ਅਸੀਂ ਇੱਥੋਂ ਦੇਖ ਸਕਦੇ। ਮੈਂ ਪਵਿੱਤਰ ਆਤਮਾ ਨੂੰ ਹੁਕਮ ਨਹੀਂ ਕਰ ਸਕਦਾ ਕਿ ਤੂੰ ਆ ਕਰ। Those prayers are wrong prayers. ਕਿ ਪਵਿੱਤਰ ਆਤਮਾ ਤੂੰ ਏਦਾਂ ਕਰ, ਪਵਿੱਤਰ ਆਤਮਾ ਤੂੰ ਆ ਕਰ, ਪਵਿੱਤਰ ਆਤਮਾ ਤੂੰ ਆ ਕਰ, ਨੋ। ਕਿਉਂਕਿ ਜਿੰਨੀ ਦੇਰ ਤੱਕ ਸ਼ਬਦ ਉੱਪਰੋਂ ਨਹੀਂ ਆਣਾ, ਪਵਿੱਤਰ ਆਤਮਾ ਨੇ ਕੁਛ ਨਹੀਂ। ਜਿੰਨੀ ਦੇਰ ਤੱਕ, ਹੁਣ ਅਸੀਂ ਗਾਂ ਜਾ ਕੇ ਦੇਖਣਾ ਕਿ ਪ੍ਰਭੂ ਨੇ ਕਿਹਾ ਉਹ ਹੋ ਗਿਆ, ਸ਼ਬਦ ਆਇਆ ਤਾਂ ਪਵਿੱਤਰ ਆਤਮਾ ਨੇ ਉਹ ਉਸੇ ਤਰ੍ਹਾਂ ਕੀਤਾ। ਪਵਿੱਤਰ ਆਤਮਾ ਮੇਰੇ ਅਧੀਨ ਨੇ, ਉਹ ਮੇਰੇ ਨਾਲ ਜ਼ਰੂਰ, ਮੇਰਾ ਮਦਦਗਾਰ ਜ਼ਰੂਰ, ਪਰ ਕੰਮ ਉਹਨੇ ਉਹੀ ਕਰਨਾ ਜਿਹੜਾ ਸਿੰਘਾਸਨ ਤੋਂ ਆ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਮੇਰੇ ਨਾਮ ਦੇ ਵਿੱਚ ਦੁਆ ਕਰ। ਅਸੀਂ ਪਵਿੱਤਰ ਆਤਮਾ ਨੂੰ ਹੁਕਮ ਨਹੀਂ ਕਰ ਸਕਦੇ, ਔਰ ਪਵਿੱਤਰ ਆਤਮਾ ਨੇ ਉਹ ਕੰਮ ਨਹੀਂ ਕਰਨਾ, ਕਿਉਂਕਿ ਆਈ ਐਮ ਨਾਟ ਦ ਬਾਸ। ਮੈਂ ਪਵਿੱਤਰ ਆਤਮਾ ਦਾ ਬਾਸ। ਪਰ ਪਵਿੱਤਰ ਆਤਮਾ ਜੋ ਹੈ ਉਹ ਮੇਰੀ ਦੁਆ ਲੈ ਕੇ ਜ਼ਰੂਰ ਜਾ ਸਕਦਾ, ਪਰ ਹੁਕਮ ਉੱਪਰੋਂ ਹੀ ਹੋ ਰਿਹਾ। ਸੋ ਇੱਥੇ ਅਸੀਂ ਕੀ ਦੇਖਦੇ ਪਏ? ਅਸੀਂ ਇੱਥੇ ਸ਼ਬਦ ਨੂੰ ਕੰਮ ਕਰਦਾ ਦੇਖਦੇ ਪਏ, ਸ਼ਬਦ ਦੀ ਕਿਰਿਆਸ਼ੀਲਤਾ ਦੇਖਦੇ ਪਏ। ਪ੍ਰਭੂ ਨੇ ਕਿਹਾ, ਉਸਨੇ ਆਪਣਾ ਸ਼ਬਦ ਕੱਢਿਆ, ਉਹ ਹੋ ਗਿਆ। ਪ੍ਰਭੂ ਨੇ ਕਿਹਾ, ਉਹ ਹੋ ਗਿਆ। ਪ੍ਰਭੂ ਨੇ ਕਿਹਾ, ਉਹ ਹੋ ਗਿਆ। ਹੁਣ ਇੱਥੇ ਅਸੀਂ ਪੰਜ ਚੀਜ਼ਾਂ ਲਗਾਤਾਰ ਹੁੰਦੀਆਂ ਦੇਖਣੀਆਂ, ਔਰ ਜਿਸ ਲਈ ਅਸੀਂ ਤੀਸਰੀ ਆਇਤ ਦੇ ਵਿੱਚ ਕਿਹਾ, ਪਰਮੇਸ਼ਰ ਨੇ ਕਿਹਾ
ਚਾਨਣ ਹੋਵੇ ਤਾਂ ਉਹ ਹੋ ਗਿਆ। ਪਰਮੇਸ਼ਰ ਨੂੰ ਇਹ ਚੰਗਾ ਲੱਗਾ, ਉਸਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ। ਪਰਮੇਸ਼ਰ ਨੇ ਚਾਨਣ ਨੂੰ ਦਿਨ ਕਿਹਾ, ਹਨੇਰੇ ਨੂੰ ਰਾਤ ਕਿਹਾ, ਤਦ ਸਾਂਝ ਹੋਈ ਸਵੇਰ ਆਈ। ਪਰਮੇਸ਼ਰ ਨੇ ਕਿਹਾ, 6ਵੀਂ ਆਇਤ ਦੇਖੋ, ਪਾਣੀਆਂ ਦੇ ਵਿਚਕਾਰ ਇੱਕ ਦੂਰੀ ਹੋਵੇ ਜੋ ਪਾਣੀਆਂ ਨੂੰ ਵੱਖ ਕਰੇ, ਤਾਂ ਇਹ ਹੋ ਗਿਆ। ਇਸ ਤਰ੍ਹਾਂ ਪਰਮੇਸ਼ਰ ਨੇ ਇਹ ਦੂਰੀ ਪੈਦਾ ਕੀਤੀ। ਇਸ ਦੇ ਦੁਆਰਾ ਉਸਨੇ ਹੇਠਲੇ ਪਾਣੀਆਂ ਹੇਠਲੇ ਤੇ ਉਤਲੇ ਪਾਣੀਆਂ ਨੂੰ ਵੱਖ ਕੀਤਾ। ਪਰਮੇਸ਼ਰ ਨੇ ਇਸ ਦੂਰੀ ਨੂੰ ਆਕਾਸ਼ ਕਿਹਾ, ਤਦ ਸਾਂਝ ਹੋਈ, ਸਵੇਰ ਆਈ ਤੇ ਦੂਸਰਾ ਦਿਨ। ਸੋ ਸਾਨੂੰ ਪਾਣੀ ਦੀਆਂ ਬੈਲਟਾਂ ਦਿਖਾਈਆਂ ਜਾਂਦੀਆਂ ਪਈਆਂ ਕਿ ਅਸੀਂ ਕਿੰਨੀਆਂ ਪਾਣੀ ਦੀਆਂ ਬੈਲਟਾਂ ਦੇ ਵਿੱਚ ਜੀਣੇ ਪਏ। ਇਹ ਧਰਤੀ ਜਿਹਦੇ ਅੰਦਰ ਵੀ ਪਾਣੀ, ਇਹ ਧਰਤੀ ਜਿਹਦੇ ਉੱਪਰ ਵੀ ਪਾਣੀ ਹੈ, ਇਹ ਧਰਤੀ ਦੇ ਜਿਹੜਾ ਆਕਾਸ਼ ਜਿਹੜਾ ਤਾਣੇ ਆ ਉਹ ਵੀ ਇੱਕ ਪਾਣੀ, ਇਹਦੇ ਆਲੇ ਦੁਆਲੇ ਇੱਕ ਪਾਣੀ ਦੀ ਪੂਰੀ ਦੀ ਪੂਰੀ ਲਹਿਰ ਇਹਦੇ ਆਲੇ ਦੁਆਲੇ, ਜਿਸਨੂੰ ਅਸੀਂ ਕਈ ਨਾਮ ਦਿੰਦੇ ਹਾਂ। ਕੋਈ ਉਸਨੂੰ ਓਜ਼ੋਨ ਲੇਅਰ ਕਹਿੰਦਾ, ਕੋਈ ਕੁਛ ਕਹਿੰਦਾ, ਲੇਕਿਨ ਪ੍ਰਭੂ ਨੇ ਇਸ ਤਰ੍ਹਾਂ ਘੇਰਾ ਪਾਇਆ ਹੈ ਔਰ ਉਸ ਦੇ ਵਿੱਚ ਉਸਨੇ ਪਰਫੈਕਟ ਐਟਮੋਸਫੇਅਰ ਬਣਾਇਆ ਕਿ ਇਨਸਾਨ ਉਸ ਦੇ ਵਿੱਚ ਜੀ ਸਕਦਾ। ਜਿਸ ਲਈ ਅਸੀਂ 9ਵੀਂ ਆਇਤ ਵਿੱਚ ਆਉਂਦੇ ਹਾਂ। ਪਰਮੇਸ਼ਰ ਨੇ ਕਿਹਾ, ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ, ਸੁੱਕੀ ਜ਼ਮੀਨ ਦਿਸਣ ਲੱਗੇ, ਤਾਂ ਇਹ ਹੋ ਗਿਆ। ਪਰਮੇਸ਼ਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਕਿਹਾ ਅਤੇ ਇੱਕ ਥਾਂ ਇਕੱਠੇ ਪਾਣੀ ਹੋ ਚੁੱਕੇ ਨੂੰ ਸਮੁੰਦਰ ਕਿਹਾ। ਪਰਮੇਸ਼ਰ ਨੇ ਦੇਖਿਆ, ਉਸਨੂੰ ਇਹ ਚੰਗਾ ਲੱਗਾ। ਪਰਮੇਸ਼ਰ ਨੇ ਕਿਹਾ, ਧਰਤੀ ਉੱਤੇ ਘਾਹ, ਸਾਗ ਪਤ, ਫਲਦਾਰ ਰੁੱਖ ਪੈਦਾ ਹੋਣ ਜੋ ਆਪਣੀ ਕਿਸਮ ਦੇ ਅਨੁਸਾਰ ਧਰਤੀ ਉੱਤੇ ਫਲਦਾਰ ਹੋਣ, ਤਾਂ ਇਹ ਹੋ ਗਿਆ। ਸੋ ਧਰਤੀ ਘਾਹ, ਸਾਗ ਪਤ, ਫਲਦਾਰ ਰੁੱਖ ਅਤੇ ਆਪਣੀ ਕਿਸਮ ਦੇ ਅਨੁਸਾਰ ਆਪਣਾ ਬੀਜ ਪੈਦਾ ਕੀਤੇ। ਪਰਮੇਸ਼ਰ ਨੇ ਇਹ ਦੇਖਿਆ ਤਾਂ ਉਸਨੂੰ ਚੰਗਾ ਲੱਗਾ। ਤਦ ਸਾਂਝ ਹੋਈ, ਸਵੇਰ ਆਈ, ਤੀਜਾ ਦਿਨ ਸੀ। ਅਸੀਂ ਕਹਿੰਦੇ ਹਾਂ ਕਿ ਸੂਰਜ ਤੋਂ ਬਗੈਰ ਇਹ ਚੀਜ਼ਾਂ ਪੈਦਾ ਨਹੀਂ ਹੋ ਸਕਦੀਆਂ। ਇਹਨਾਂ ਸਾਰੇ ਸਾਗ ਪੱਤ ਨੂੰ, ਹਰੇਕ ਚੀਜ਼ ਨੂੰ ਸੂਰਜ ਚਾਹੀਦਾ। ਪਰ ਇਹ ਪੈਦਾ ਹੋ ਰਹੀ ਹੈ। Isn't that amazing? ਕੌਣ ਇਹਨਾਂ ਨੂੰ ਪੈਦਾ ਕਰਦਾ? ਕੌਣ ਹਰ ਇੱਕ ਚੀਜ਼ ਨੂੰ ਪੈਦਾ ਕਰ ਰਿਹਾ? ਚਾਨਣ, ਚਾਨਣ ਜਿਹਨੂੰ ਅਸੀਂ ਪ੍ਰਭੂ ਯਿਸੂ ਕਹਿੰਦੇ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਦਾ ਸ਼ਬਦ ਜੋ ਉਸਦੇ ਮੂੰਹ ਦੇ ਵਿੱਚੋਂ ਨਿਕਲ ਰਿਹਾ, ਉਸ ਦੇ ਨਾਲ ਸਾਰਾ ਕੁਛ ਉਹਨੇ ਸੰਭਾਲਿਆ, ਜਿਹਦੇ ਅਧਿਕਾਰ ਦੇ ਥੱਲੇ ਸਾਰੀਆਂ ਚੀਜ਼ਾਂ। ਜਿਸਨੇ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਕਦੀ ਵੀ ਆਪਣੇ ਨੌਕਰ ਨਹੀਂ ਕਹੂੰਗਾ, ਬਲਕਿ ਭਰਾ ਕਹੂੰਗਾ, ਮਿੱਤਰ ਕਹੂੰਗਾ। ਉਹਦੇ ਅਧਿਕਾਰ ਦੇ ਵਿੱਚ ਸਾਰੇ। ਔਰ ਹੁਣ ਜਾ ਕੇ ਜਿਸਲੇ ਅਸੀਂ ਚੌਥੇ ਦਿਨ ਦੇ ਵਿੱਚ ਆਏ ਹਾਂ ਤੇ ਪ੍ਰਭੂ ਨੇ ਸੂਰਜ ਔਰ ਚੰਦ ਦੀ ਰਚਨਾ ਕੀਤੀ। ਪਰਮੇਸ਼ਰ ਨੇ ਕਿਹਾ, ਆਕਾਸ਼ ਦੇ ਵਿਚਕਾਰ ਦੋ ਜੋਤਾਂ ਹੋਣ ਜੋ ਦਿਨ ਨੂੰ ਰਾਤ ਨਾਲੋਂ ਵੱਖ ਕਰਨ, ਜੋ ਚਿੰਨ੍ਹਾਂ, ਮੌਸਮਾਂ ਦੇ ਦਿਨਾਂ ਅਤੇ ਸਾਲਾਂ ਦੇ ਆਧਾਰ ਤੇ ਹੋਣ। ਇਹ ਜੋਤਾਂ ਆਕਾਸ਼ ਦੇ ਵਿੱਚ ਚਮਕਣ ਅਤੇ ਧਰਤੀ ਉੱਤੇ ਚਾਨਣ ਹੋਵੇ, ਤਾਂ ਇਹ ਹੋ ਗਿਆ। ਸੋ ਪਰਮੇਸ਼ਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ, ਰਾਤ ਤੇ ਉਸਦੇ ਇਹਨਾਂ ਨਾਲ ਤਾਰੇ ਵੀ ਬਣਾਏ। ਤਦ ਪਰਮੇਸ਼ਰ ਨੇ ਦੋਵੇਂ ਜੋਤਾਂ ਆਕਾਸ਼ ਦੇ ਵਿੱਚ ਰੱਖੀਆਂ ਕਿ ਇਹ ਧਰਤੀ ਉੱਤੇ ਅਰਥਾਤ ਦਿਨ ਤੇ ਰਾਤ ਉੱਤੇ ਰਾਜ ਕਰਨ, ਚਾਨਣ ਨੂੰ ਹਨੇਰੇ ਤੋਂ ਵੱਖ ਕਰਨ। ਪਰਮੇਸ਼ਰ ਨੇ ਇਹ ਦੇਖਿਆ ਤਾਂ ਉਸਨੂੰ ਇਹ ਚੰਗਾ ਲੱਗਾ। ਤਦ ਸਾਂਝ ਹੋਈ, ਸਵੇਰ ਆਈ। ਕਿੰਨੀ ਬਰਕਤ ਆਣਾ ਇਹ ਸਮਾਂ, ਸਾਰਾ ਕੁਛ ਉਸ ਦੇ ਸ਼ਬਦ ਦੇ ਵਿੱਚ ਸਮਾਇਆ, ਸਭ ਕੁਛ ਉਸ ਦੇ ਸ਼ਬਦ ਦੇ ਵਿੱਚ ਸਮਾਇਆ। ਔਰ
ਅੱਗੇ ਅਸੀਂ ਦੇਖਦੇ 20ਵੀਂ ਆਇਤ ਵਿੱਚ ਪਰਮੇਸ਼ਰ ਨੇ ਕਿਹਾ ਪਾਣੀ ਜਿਉਂਦੇ ਪ੍ਰਾਣੀਆਂ ਦੇ ਨਾਲ ਭਰ ਜਾਣ ਅਤੇ ਧਰਤੀ ਉੱਤੇ ਧਰਤੀ ਅਤੇ ਆਕਾਸ਼ਾਂ ਦੀਆਂ ਉਚਾਈਆਂ ਤੇ ਪੰਛੀ ਉੱਡਣ, ਤੇ ਇਹ ਹੋ ਗਿਆ। ਸੋ ਪਰਮੇਸ਼ਰ ਨੇ ਵੱਡੇ ਵੱਡੇ ਸਮੁੰਦਰੀ ਜੰਤੂਆਂ ਅਤੇ ਹੋਰ ਪਾਣੀਆਂ ਦੇ ਵਿੱਚ ਰਹਿਣ ਵਾਲੇ ਜੀਵਾਂ ਦੀਆਂ ਨਸਲਾਂ ਅਨੁਸਾਰ ਪੈਦਾ ਕੀਤਾ। ਸੋ ਉਸਨੇ ਖੰਭਾਂ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਉਤਪੰਨ ਕੀਤਾ। ਪਰਮੇਸ਼ਵਰ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਸ ਦਿੱਤੀ, ਵਧੋ ਫੁੱਲੋ, ਸਮੁੰਦਰ ਦੇ ਸਭ ਪਾਣੀਆਂ ਨੂੰ ਭਰ ਦੇਵੋ ਅਤੇ ਪੰਛੀ ਧਰਤੀ ਉੱਤੇ ਗਿਣਤੀ ਦੇ ਵਿੱਚ ਵਧਣ ਤੱਕ ਸਾਂਝ ਹੋਈ ਸਵੇਰ ਆਈ। ਪਰਮੇਸ਼ਵਰ ਨੇ ਕਿਹਾ ਧਰਤੀ ਤੇ ਹਰ ਪ੍ਰਕਾਰ ਦੇ ਪਸ਼ੂ ਪੇਟ ਭਾਰ ਚੱਲਣ ਵਾਲੇ ਜੀਵ, ਜੰਗਲੀ ਜਾਨਵਰ ਪੈਦਾ ਹੋ ਜਾਣ, ਤਾਂ ਇਹ ਹੋ ਗਿਆ। ਸੋ ਪਰਮੇਸ਼ਵਰ ਨੇ ਹਰ ਪ੍ਰਕਾਰ ਦੇ ਧਰਤੀ ਉੱਤੇ ਰਹਿਣ ਵਾਲੇ ਜੰਗਲੀ ਜਾਨਵਰ, ਪਸ਼ੂ ਤੇ ਪੇਟ ਭਾਰ ਚੱਲਣ ਵਾਲੇ ਜੀਵ ਪੈਦਾ ਕੀਤੇ ਅਤੇ ਉਸਨੇ ਇਹ ਦੇਖਿਆ, ਉਸਨੂੰ ਇਹ ਚੰਗਾ ਲੱਗਾ। ਸੋ ਜਿਸ ਲਈ ਅਸੀਂ ਇੱਕ ਪਹਿਲਾ ਭਾਗ ਉਹਦੀ 1 ਤੋਂ 25 ਆਇਤ ਦੇ ਵਿੱਚ ਜਾਣਦੇ ਹਾਂ, ਤੇ ਹਰ ਦੇਖੀ ਔਰ ਅਣਦੇਖੀ ਚੀਜ਼ ਦੀ ਰਚਨਾ ਪ੍ਰਭੂ ਨੇ ਕੀਤੀ। ਇੱਕ ਆਇਤ, ਪਹਿਲੀ ਆਇਤ ਤੋਂ ਲੈ ਕੇ 25 ਆਇਤ ਤੱਕ ਅਸੀਂ ਪ੍ਰਭੂ ਦੇ ਤਿੰਨਾਂ ਰੂਪਾਂ ਨੂੰ ਮਿਲ ਲਏ। ਪੂਰੀ ਤਰੀਕ ਨੂੰ ਅਸੀਂ ਪਹਿਲੇ ਚੈਪਟਰ ਦੀਆਂ ਪਹਿਲੀਆਂ ਆਇਤਾਂ ਦੇ ਵਿੱਚ ਹੀ ਮਿਲ ਲੈਂਦੇ। ਪ੍ਰਭੂ ਦਾ ਸ਼ਬਦ, प्रभु परमेश्वर आप और प्रभु का आत्मा, तीनों अनुभव सारी उत्पत्ति। सो 1 तो लैके 25 आयत तक प्रभु ने सारियां चीजां पैदा कीतियां और उसने वो सारियां चीजां एक सुन्नी, एक वैक्यूम दे विचों पैदा, एक सुनसान दे विचों पैदा। और ये चीज प्रभु के वचन दे विच देखण वाली, और प्रभु ने सारियां चीजां क्यों पैदा कीतियां। हुण आओ असीं प्रभु के वचन के बाकी हिस्से दे विच चलिए। कोई जाना कलूसियां दा इत्थे लिख लो, अगर तुसीं नोट्स लिखदे पए आ। कलूसियां दा पहला भाग उसदी 15 तो 23 आए, 15 तो 23 आए। और आओ असी इस हिस्से में पढ़ा ली जिसनों मिल जाए। पन्ना नंबर प्लीज दस दो, मैं पन्ना नंबर नहीं अज लिख सकिया, जिसनों मिल जाए। पन्ना नंबर 366। हाँ जी, गो है। कलसियां दा पहला अध्याय ते उसदी 15 आयत। 15 तो किन्ने तक पढ़नी पड़ेगी जी? 23 तक। मसीह दी शख्सियत अते काम, ਉਹ ਅਣਦੇਖੇ ਪਰਮੇਸ਼ਵਰ ਦਾ ਦੇਖਿਆ ਜਾਣ ਵਾਲਾ ਸਰੂਪ ਹੈ। ਉਸ ਦੀ ਸ੍ਰਿਸ਼ਟੀ ਵਿੱਚ ਸਭ ਤੋਂ ਪਹਿਲੀ ਥਾਂ ਹੈ। ਉਸੇ ਦੇ ਰਾਹੀਂ ਹੀ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਉਤਲੀਆਂ ਸਭ ਦੇਖੀਆਂ ਅਤੇ ਅਣਦੇਖੀਆਂ ਚੀਜ਼ਾਂ ਦੀ ਰਚਨਾ ਕੀਤੀ ਸੀ। ਗੱਲ ਕੀ ਸਭ ਸਿੰਘਾਸਨ, ਪਾਤਸ਼ਾਹੀਆਂ, ਰਾਜੇ, ਮਹਾਰਾਜੇ ਅਤੇ ਸ਼ਕਤੀਆਂ, ਸਭ ਕੁਝ ਉਸੇ ਦੇ ਦੁਆਰਾ ਅਤੇ ਉਸ ਲਈ ਪਰਮੇਸ਼ਰ ਨੇ ਪੈਦਾ ਕੀਤੇ ਸਨ। ਉਹ ਸਭ ਚੀਜ਼ਾਂ ਤੋਂ ਪਹਿਲਾਂ ਵਿਦਮਾਨ ਸੀ ਅਤੇ ਸਭ ਸ੍ਰਿਸ਼ਟੀ ਦੀ ਏਕਤਾ ਉਸੇ ਵਿੱਚ ਹੈ। ਉਹ ਆਪਣੇ ਸਰੀਰ ਅਰਥਾਤ ਵਿਸ਼ਵਾਸ ਸੰਗਤ ਦਾ ਸਿਰ ਹੈ ਅਤੇ ਉਹ ਉਸ ਦਾ ਸ਼ੁਰੂ ਵੀ ਹੈ। ਉਹ ਸਭ ਤੋਂ ਪਹਿਲਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਕਿ ਉਹ ਸਭ ਚੀਜ਼ਾਂ ਵਿੱਚ ਸਭ ਤੋਂ ਉੱਚੀ ਥਾਂ ਪ੍ਰਾਪਤ ਕਰੇ। ਪਰਮੇਸ਼ਵਰ ਨੂੰ ਆਪ ਹੀ ਚੰਗਾ ਲੱਗਾ ਕਿ ਉਹ ਆਪ ਉਸ ਵਿੱਚ ਆਪਣੀ ਸਭ ਪੂਰਨਤਾ ਨਾਲ ਵਾਸ ਕਰੇ। ਉਸੇ ਨੂੰ ਪਰਮੇਸ਼ਵਰ ਨੇ ਸਭ ਚੀਜ਼ਾਂ ਦਾ ਆਪਣੇ ਨਾਲ ਮੇਲ ਕਰਾਉਣ ਦੇ ਲਈ ਚੁਣਿਆ, ਅਰਥਾਤ ਆਪਣੇ ਨਾਲ ਸੁਲ੍ਹਾ ਆਪਣੇ ਪੁੱਤਰ ਦਾ ਸਲੀਬ ਤੇ ਖੂਨ ਬਹਾਉਣ ਦੇ ਰਾਹੀਂ, ਚਾਹੇ ਉਹ ਧਰਤੀ ਤੇ ਹੋਣ ਜਾਂ ਆਕਾਸ਼ ਤੇ। ਇੱਕ ਸਮਾਂ ਸੀ ਜਦੋਂ ਤੁਸੀਂ ਵੀ ਪਰਮੇਸ਼ਵਰ ਤੋਂ ਦੂਰ ਸਾਓ ਅਤੇ ਆਪਣੇ ਭੈੜੇ ਵਿਚਾਰਾਂ ਅਤੇ ਕੰਮਾਂ ਕਰਕੇ ਉਸਦੇ ਦੁਸ਼ਮਣ ਸਾਓ। ਪਰ
ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਰਾਹੀਂ ਅਰਥਾਤ ਉਸਦੀ ਸਰੀਰਕ ਮੌਤ ਰਾਹੀਂ ਤੁਹਾਡਾ ਮੇਲ ਆਪਣੇ ਨਾਲ ਕੀਤਾ ਹੈ ਕਿ ਉਹ ਤੁਹਾਨੂੰ ਆਪਣੇ ਸਾਹਮਣੇ ਸ਼ੁੱਧ, ਨਿਕਲੰਕ ਅਤੇ ਨਿਰਦੋਸ਼ੀ ਹਾਲਤ ਵਿੱਚ ਪੇਸ਼ ਕਰੇ। ਹੁਣ ਕੇਵਲ ਤੁਸੀਂ ਆਪਣੇ ਵਿਸ਼ਵਾਸ ਵਿੱਚ ਹੋਰ ਅੱਗੇ ਵਧੋ ਅਤੇ ਅਟਲ ਰਹੋ। ਆਪਣੀ ਉਸ ਉਮੀਦ ਨੂੰ ਨਾ ਛੱਡੋ ਜੋ ਤੁਹਾਨੂੰ ਸ਼ੁਭ ਸਮਾਚਾਰ ਦੇ ਸੁਣਨ ਦੁਆਰਾ ਮਿਲੀ ਹੈ। ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਆਕਾਸ਼ ਹੇਠ ਪਰਮੇਸ਼ਵਰ ਦੀ ਸਭ ਰਚਨਾ ਵਿੱਚ ਕੀਤਾ ਗਿਆ ਹੈ ਅਤੇ ਮੈਂ ਪੌਲੁਸ ਇਸ ਦਾ ਸੇਵਾਦਾਰ ਥਾਪਿਆ ਗਿਆ ਹਾਂ। ਸੋ ਇਹ ਹੈ ਸਾਡੇ ਕ੍ਰੀਏਟਰ, ਕ੍ਰੀਏਸ਼ਨ ਔਰ ਸਾਡੇ ਮੁਕਤੀ ਦਾਤਾ ਦਾ ਪਲਾਨ, ਜਿਸਨੇ ਸਾਰਾ ਕੁਝ ਬਣਾਇਆ, ਜਿਸ ਦੇ ਰਾਹੀਂ ਸਾਰਾ ਕੁਝ ਬਣਾਇਆ, ਜਿਸ ਦੇ ਲਈ ਸਾਰਾ ਕੁਝ ਬਣਾਇਆ, ਉਹ ਹੈ ਪ੍ਰਭੂ ਯਿਸੂ। ਔਰ ਜਿਸ ਲਈ ਅਸੀਂ ਯਹੂਨਾ ਦੇ ਵਿੱਚ ਆਉਂਦੇ ਹਾਂ, ਉਹ ਇਸ ਨੂੰ ਹੋਰ ਇੱਕ ਅਗਲੇ ਕਦਮ ਦੇ ਵਿੱਚ ਲੈ ਕੇ ਜਾਂਦਾ। ਉਹ ਸਾਨੂੰ ਉਸ ਕਦਮ ਦੇ ਵਿੱਚ ਲੈ ਕੇ ਜਾਂਦਾ ਜਿੱਥੇ ਪ੍ਰਭੂ ਦੀ ਬਰਕਤ ਸਾਡੇ ਨਾਲ ਹੁੰਦੀ। ਇਸ ਤੋਂ ਪਹਿਲਾਂ ਅਸੀਂ ਉੱਥੇ ਜਾਈਏ। ਆਓ ਅਸੀਂ ਵਾਪਸ ਚੱਲਦੇ ਹਾਂ ਔਰ ਆਪਣਾ ਪਹਿਲਾ ਚੈਪਟਰ ਫਿਨਿਸ਼ ਕਰਦੇ ਹਾਂ। ਅਸੀਂ ਉੱਥੇ 2-3 ਮੇਨ ਚੀਜ਼ਾਂ ਦੇਖਾਂਗੇ। ਸੋ ਆਓ 26 ਤੋਂ ਲੈ ਕੇ ਹੁਣ ਕੋਈ ਜਿਹੜਾ ਇਸ ਨੂੰ 31 ਤੱਕ। ਮੈਂ ਪੜ੍ਹਦਾ ਪਾਸਟਰ ਜੀ। ਉਹ ਹੈ ਮੇਰਾ ਵੀ। ਅੰਤ ਵਿੱਚ ਪਰਮੇਸ਼ਵਰ ਨੇ ਕਿਹਾ, ਹੁਣ ਅਸੀਂ ਮਨੁੱਖ ਨੂੰ ਆਪਣੇ ਸਰੂਪ ਅਤੇ ਆਪਣੇ ਵਰਗਾ ਬਣਾਵਾਂਗੇ। ਮਨੁੱਖ ਧਰਤੀ ਤੇ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪੰਛੀਆਂ, ਪਸ਼ੂਆਂ ਅਤੇ ਪੇਟ ਦੇ ਭਾਰ ਚੱਲਣ ਵਾਲੇ ਸਭ ਜੀਵਾਂ ਉੱਤੇ ਰਾਜ ਕਰੇਗਾ। ਸੋ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ। ਉਸਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਦਮੀ ਤੇ ਔਰਤ ਬਣਾਇਆ। ਪਰਮੇਸ਼ਵਰ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਸ ਦਿੱਤੀ, ਵਧੋ, ਫੁੱਲੋ ਅਤੇ ਸਾਰੀ ਧਰਤੀ ਨੂੰ ਭਰ ਦੇਵੋ ਅਤੇ ਇਸ ਨੂੰ ਆਪਣੇ ਅਧਿਕਾਰ ਹੇਠ ਕਰ ਲਵੋ। ਤੁਸੀਂ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪੰਛੀਆਂ ਅਤੇ ਧਰਤੀ ਉੱਤੇ ਰਹਿ ਰਹੇ ਹਰ ਪ੍ਰਾਣੀ ਨੂੰ ਆਪਣੇ ਅਧਿਕਾਰ ਹੇਠ ਲੈ ਲਵੋ। ਮੈਂ ਤੁਹਾਨੂੰ ਹਰ ਬੀਜਦਾਰ ਪੌਦਾ ਜੋ ਧਰਤੀ ਤੇ ਮਿਲਦਾ ਹੈ ਅਤੇ ਹਰ ਫਲਦਾਰ ਰੁੱਖ ਤੁਹਾਡੇ ਭੋਜਨ ਲਈ ਦਿੰਦਾ ਹਾਂ। ਹਰ ਪ੍ਰਕਾਰ ਦੇ ਜੰਗਲੀ ਜਾਨਵਰ, ਹਵਾ ਦੇ ਪੰਛੀ, ਪੇਟ ਦੇ ਭਾਰ ਚੱਲਣ ਵਾਲੇ ਪ੍ਰਾਣੀਆਂ ਨੂੰ ਮੈਂ ਹਰਾ ਸਾਗ-ਪਾਤ ਭੋਜਨ ਦੇ ਲਈ ਦਿੰਦਾ ਹਾਂ। ਤਾਂ ਇਹ ਹੋ ਗਿਆ। ਤਦ ਪਰਮੇਸ਼ਵਰ ਨੇ ਆਪਣੀ ਹਰ ਰਚੀ ਚੀਜ਼ ਦੇਖੀ ਜੋ ਉਸ ਨੂੰ ਬਹੁਤ ਹੀ ਚੰਗੀ ਲੱਗੀ। ਤਦ ਸੰਝ ਹੋਈ ਅਤੇ ਸਵੇਰ ਆਈ ਜੋ 6ਵਾਂ ਦਿਨ ਸੀ। ਆਮੇਨ। ਜੋ 6ਵਾਂ ਦਿਨ ਸੀ। ਸੋ ਲੈਟਸ ਫੋਕਸ ਔਨ ਦਿਸ ਵਨ। ਬਾਕੀ ਦੀਆਂ ਉਸਨੇ ਸਾਰੀਆਂ ਚੀਜ਼ਾਂ ਦੀ ਜਿਹੜੀ ਰਚਨਾ ਕੀਤੀ ਆ, ਉਸ ਦੇ ਵਿੱਚ ਉਹਦਾ ਸਰੂਪ ਨੇ। ਸੋ ਇਹ ਕਹਿਣਾ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਪਰਮੇਸ਼ਵਰ ਆਪ ਆ, ਨੋ ਇਟਸ ਨਾਟ। ਇਨਸਾਨ ਉਸਦੀ ਇੱਕ ਖਾਸ ਰਚਨਾ ਹੈ ਔਰ ਇਸ ਚੀਜ਼ ਦਾ ਬਹੁਤ ਧਿਆਨ ਸਾਨੂੰ ਰੱਖਣਾ ਪੈਂਦਾ ਹੈ। ਅਸੀਂ ਆਪਣੇ ਬਾਈਬਲ ਦੇ ਅਨੁਸਾਰ ਅਸੀਂ ਹਰੇਕ ਚੀਜ਼ ਦੇ ਵਿੱਚ ਪਰਮੇਸ਼ਵਰ ਨੂੰ ਨਹੀਂ ਦੇਖਦੇ। ਇਨਸਾਨ ਦੇ ਵਿੱਚ ਅਸੀਂ ਪਰਮੇਸ਼ਵਰ ਨੂੰ ਦੇਖਦੇ ਹਾਂ, ਕਿਉਂਕਿ ਇਨਸਾਨ ਜਿਹੜਾ ਬਣਾਇਆ ਗਿਆ ਉਹਦੀ ਛਵੀ ਤੇ ਬਣਾਇਆ ਗਿਆ, ਉਹਦੀ ਝਲਕ ਤੇ ਬਣਾਇਆ ਗਿਆ। ਜਿਸ ਲਈ ਅਸੀਂ ਪਰਮੇਸ਼ਵਰ ਨੂੰ ਦੇਖਾਂਗੇ ਤਾਂ ਉਹਦੇ 6 ਹੱਥ ਨਹੀਂ ਹੋਣਗੇ, 6 ਬਾਹਾਂ ਨਹੀਂ ਹੋਣਗੀਆਂ, ਉਹਦੀਆਂ 2 ਬਾਹਾਂ ਹੋਣਗੀਆਂ। ਜਿਸ ਲਈ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਜਾਵਾਂਗੇ ਔਰ ਸਾਨੂੰ ਉਹ ਅੱਖਾਂ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਅਸੀਂ ਆਪਣੇ ਪ੍ਰਭੂ ਦੇ ਦਰਸ਼ਨ ਕਰਾਂਗੇ। ਸੋ ਇਸ ਚੀਜ਼ ਨੂੰ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਪ੍ਰਭੂ ਨੇ ਉਹ ਆਪਣਾ ਸਰੂਪ ਨਹੀਂ ਪਾਇਆ, ਉਹਦੇ ਸ਼ਬਦ ਦੇ ਨਾਲ ਦਿੱਤੀਆਂ ਗਈਆਂ। ਔਰ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਆਉਂਦੇ ਹਾਂ, ਕਹਿੰਦਾ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਰਗਾ ਬਣਾਵਾਂਗੇ। ਇੱਥੇ ਇਹ ਨਹੀਂ ਆਇਆ ਕਿ ਮੈਂ ਮਨੁੱਖ ਨੂੰ ਆਪਣੇ ਸਰੂਪ ਵਰਗਾ ਬਣਾਉਂਗਾ। ਇੱਥੇ ਜਿਹੜਾ ਸ਼ਬਦ ਆਇਆ ਉਹ ਹੈ ਅਸੀਂ। ਇੱਥੇ ਜਿਹੜਾ ਪ੍ਰਭੂ ਦਾ ਨਾਮ ਜਿਹੜਾ ਵਰਤਿਆ ਜਾਂਦਾ ਉਹ ਹੈ ਐਲੋਹਿਮ।
एलोहिम जिहड़ा आ वो प्लूरल yet singular, वो बहुवचन भी आ पर बहुवचन हुंदियां होया भी वो सिंगुलर। असी यानी कि बाप बेटा पवित्र आत्मा इसनू असी अपने स्वरूप दे उत्ते बनावांगे जिस दे विच ये तिन्ने चीजां होणगियां। जानवर दा मन हुंदा, जानवर दा शरीर हुंदा, पर जानवर दे अंदर आत्मा नहीं हुंदी। That's simply, there is no doggy heaven and there is no cat heaven. Heaven is only for humanity. They are dead, they are dead. खत्म हो गई। वो आत्मा जो प्रभु ने दिता उसने अपने आत्मा जो आत्मा दिता है। इस करके ये जड़ा शब्द है ये बहुत ही इंपोर्टेंट है कि अंत दे विच परमेश्वर ने क्या which is singular, अंत दे विच ये नहीं कि परमेश्वर गॉड्स ने क्या, इदां नहीं होंदा पिया। सिंगुलर अंत दे विच परमेश्वर ने क्या हुण असी बाप बेटा पवित्र आत्मा हुण असी मनुख नूं अपने स्वरूप दे विच बनावांगे जिस दे कोल शरीर भी होएगा, मन भी होएगा और आत्मा भी होएगी। जो त्रिएक होएगा पर एक होएगा, जो तीन होंगे पर एक होएगा, जिस दे विच आत्मा भी होएगी, जिस दे विच उसका मन भी होएगा जो उहदे शरीर ते राज करता पिया, और जो उसका शरीर भी होएगा जो मन के अनुसार अपना काम करता पिया। और ये जिहड़ी आयत आ इट इज द मोस्ट इंपोर्टेंट आयत जिहड़ी हैगी आ। असीं आयत 3 तो बाद ये आयत जिहड़ी आ ये मोस्ट इंपोर्टेंट आयत आ जेनेसिस दे पहले भाग दे विच, उत्पत्ति दे पहले भाग दे विच। सो परमेश्वर ने उसनों आदमी और औरत बनाया और उस तो बाद परमेश्वर ने उन्होंने ये कह के असीस दी बधो फुलो सारी धरती ते भर देवो, इसते अपना अधिकार कर लवो, तुसी समुद्र दियां मच्छियां दे अपने अधिकार दे हेठ कर लो। होर कि कोई भी चीज किसी दे अधिकार दे थले नहीं दित्ती गई। ध्यान दे नाल देखो, ये नहीं कि पहले दिन प्रभु ने चानन बनाया ते उस तो बाद जिहड़ा अगली चीज बनाई ओनू ओहदे अधिकार थले दे दित्ता, उस तो बाद जिहड़ी चीज बनाई ओहदे अधिकार थले दे दित्ती, उस तो बाद जिहड़ी चीज बनाई वो पहले दे तीन दे थले अधिकार दे दित्ती। नो, जिसले अधिकार दी गल आउंदी पई आ उस वेले जो उसने अपने स्वरूप दे उत्ते बनाया उस दे अधिकार दी गल। इन्हां सारियां चीजां नूं तुसीं अपने अधिकार दे थले कर लवो, वधो फुलो अते धरती नूं भर देवो अते इस नूं धरती नूं जो मैं सब कुछ तैयार किया धरती नूं अपने अधिकार दे। It's just like a father, बाप जितना अपने बच्चों नूं कोई चीज दे रहा हुंदा, it's yours. It's yours. एक चीज इत्थे अगर तुसीं लिखना मांगदे हैं, एक चीज इत्थे तुसीं लिख सकते। प्रभु ने सब कुछ उत्पत्त करके सानूं बनाया। इस करके वो कहंदा तुहाडा बाप तुहाडे मंगण तो पहला जानदा तुहानूं किहड़ियां चीजां। हर चीज जो भी है, ईवन दो जिहड़ियां अज साइंटिस्ट कहंदे कि असीं आह दवाई वो बनाई नहीं, कहंदे लभ लई आ दवाई असीं
ਲੱਭ ਲਈ। ਇਹਦਾ ਮਤਲਬ ਉਹ ਇੱਥੇ ਪਹਿਲਾਂ ਹੀ ਸੀਗੀ। ਪ੍ਰਭੂ ਨੇ ਸਾਰੀਆਂ ਚੀਜ਼ਾਂ ਬਣਾ ਕੇ ਸਾਨੂੰ ਬਣਾਇਆ। ਉਸਨੇ ਇਹ ਨਹੀਂ ਕਿ ਆਦਮੀ ਬਣਾਤਾ ਕਿ ਹੁਣ ਇਹਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਮੈਂ ਉਹ ਬਣਾਵਾਂ, ਨਹੀਂ। ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਕ 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 ਟਰੂ, ਇੱਕ ਸੱਚੀ ਔਰ ਇੱਕ ਵਿਸ਼ਵਾਸ ਯੋਗਤਾ ਦੇ ਅਨੁਸਾਰ ਤੁਸੀਂ ਕਰ ਸਕਦੇ ਕਿ ਠੀਕ ਹੈ, ਹਾਂ ਪ੍ਰਭੂ ਨੇ ਸਾਰੀਆਂ ਚੀਜ਼ਾਂ ਬਣਾ ਕੇ ਮੈਨੂੰ ਔਰ ਸਾਰੀਆਂ ਚੀਜ਼ਾਂ ਬਣਾ ਕੇ ਉਸਨੇ ਮੇਰੇ ਇਨਸਾਨੀਅਤ ਦੇ ਅਧਿਕਾਰ ਦੇ ਵਿੱਚ ਦਿੱਤੀਆਂ, ਔਰ ਅੱਜ ਸਾਰੀ ਕੁਛ ਇਨਸਾਨ ਦੇ ਅਧਿਕਾਰ ਦੇ ਵਿੱਚ। ਹਾਂ, ਉਹ ਕੋਈ ਅਬਿਊਜ਼ ਕਰ ਰਿਹਾ, ਕੋਈ ਯੂਜ਼ ਕਰ ਰਿਹਾ, ਉਹ ਉਹਦੇ ਲਈ ਪ੍ਰਭੂ ਉਹਦੇ ਲਈ ਉਹਦੀ ਆਪਣੀ ਜ਼ਿੰਮੇਵਾਰੀ। ਪਰ ਪ੍ਰਭੂ ਨੇ ਸਾਰੀਆਂ ਚੀਜ਼ਾਂ ਬਣਾ ਕੇ ਸਾਨੂੰ ਪੈਦਾ ਕੀਤਾ, ਔਰ ਉਹ ਪ੍ਰਭੂ ਜਿੱਥੇ ਅਸੀਂ ਅੱਜ ਵੀ ਦੇਖਦੇ ਹਾਂ ਭਾਈ ਕਿ ਇੱਥੇ ਹਨੇਰਾ ਆ, ਮੇਰੀ ਸਮਝ ਦੇ ਵਿੱਚ ਕੱਖ ਨਹੀਂ ਆਉਂਦਾ, ਇਸ ਕਰਕੇ ਉਹਨੇ ਸਾਨੂੰ ਪਵਿੱਤਰ ਆਤਮਾ ਦਿੱਤਾ। And he does it. ਅਸੀਂ ਨਾਲ ਨਾਲ ਪਵਿੱਤਰ ਆਤਮਾ ਦੇ ਕੰਮ ਵੀ ਦੇਖਦੇ ਪਏ ਨਾ, ਬਹੁਤ ਸਾਰੀਆਂ ਚੀਜ਼ਾਂ ਅਸੀਂ ਨਾਲ ਨਾਲ ਦੇਖਦੇ ਪਏ। ਕੱਲ ਨੂੰ ਅਸੀਂ ਚਾਰਟਸ ਦੇ ਵਿੱਚ ਜਾਵਾਂਗੇ, ਲੇਕਿਨ ਇਸ ਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਪਏ। ਪਵਿੱਤਰ ਆਤਮਾ ਦੇ ਵੀ ਕੰਮ ਦੇਖਦੇ ਪਏ ਹਾਂ। ਬੇਟਾ ਪ੍ਰਭੂ ਯਿਸੂ ਮਸੀਹ ਕਿੱਦਾਂ ਆਇਆ, ਕਿੱਦਾਂ ਨਾਲ ਨਾਲ ਚੱਲਦਾ ਪਿਆ, ਉਹਦਾ ਲਹੂ ਕਿੱਦਾਂ ਨਾਲ ਨਾਲ ਚੱਲਦਾ ਪਿਆ ਸੀ, ਸਾਰੀਆਂ ਚੀਜ਼ਾਂ ਦੇਖਦੇ ਪਏ। ਸੋ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਆਉਂਦੇ ਹਾਂ ਤੇ ਉਸਨੇ ਹਰ ਇੱਕ ਚੀਜ਼ ਦੇ ਉੱਤੇ ਇਨਸਾਨ ਨੂੰ ਅਧਿਕਾਰ ਦਿੱਤਾ, ਸਮੁੰਦਰ ਦੇ ਉੱਤੇ, ਪੰਛੀਆਂ ਦੇ ਉੱਤੇ, ਜਾਨਵਰਾਂ ਦੇ ਉੱਤੇ ਖਾਣ ਦੇ ਲਈ ਉਸਨੇ ਦੱਸਿਆ ਕਿ ਆਹ ਚੀਜ਼ਾਂ ਮੈਂ ਤੇਰੇ ਖਾਣ ਲਈ ਬਣਾਈਆਂ, ਆਹ ਚੀਜ਼ਾਂ ਮੈਂ ਜਾਨਵਰਾਂ ਨੂੰ ਖਾਣ ਦੇ ਲਈ ਬਣਾਈਆਂ। What a beautiful, ਕਿੰਨਾ ਸੁੰਦਰ ਉਹ ਹੋਏਗਾ ਕਿ ਉਹ ਦੱਸਦਾ ਪਿਆ ਕਿ ਆਹ ਮੈਂ ਤੇਰੇ ਲਈ ਆਹ ਬਣਾਇਆ, ਮੈਂ ਤੇਰੇ ਲਈ ਆਹ ਬਣਾਇਆ, ਮੈਂ ਤੇਰੇ ਲਈ ਆਹ ਬਣਾਇਆ, ਮੈਂ ਤੇਰੇ ਲਈ ਆਹ ਬਣਾਇਆ। ਵਾਓ, ਕਿੱਦਾਂ ਦਾ ਮੋਮੈਂਟ ਹੋਏਗਾ। ਸੱਚਮੁੱਚ it's such a blessing ਜਿਹੜਾ ਤੁਸੀਂ ਪ੍ਰਭੂ ਦੇ ਸ਼ਬਦ ਨੂੰ ਇਸ ਤਰੀਕੇ ਦੇ ਨਾਲ ਦੇਖਦੇ ਪਏ। ਹੁਣ ਅਸੀਂ ਦੇਖਾਂਗੇ ਯਹੋਨਾ ਦਾ ਪਹਿਲਾ ਚੈਪਟਰ, ਉਸ ਦੀ 1 ਤੋਂ ਲੈ ਕੇ 14 ਆਇਤ ਤੱਕ। ਇਹ ਖਾਸ ਕਰਕੇ ਜਿਹੜੇ ਸਾਡੇ ਪ੍ਰਭੂ ਦਾ ਵਚਨ ਦਾ ਪ੍ਰਚਾਰ ਕਰਦੇ ਆ ਜਾਂ ਬਾਈਬਲ ਸਟੱਡੀਜ਼ ਲੀਡ ਕਰਦੇ ਆ, ਇਹ ਉਹਨਾਂ ਦੇ ਲਈ ਆ, ਔਰ ਬਾਕੀ ਸਾਡੇ ਸਾਰਿਆਂ ਦੇ ਲਈ ਇਹ ਬਰਕਤ ਦਾ ਘਰ। ਸੋ ਇਸ ਦੇ ਵਿੱਚ ਇੱਥੇ ਜਿਹੜਾ ਦੂਸਰਾ ਹਿੱਸਾ ਜਿਹੜਾ ਬਿਲਕੁਲ ਸਹੀ ਬੰਦਾ ਕਲੂਸੀਆਂ ਦੇ ਨਾਲ ਉਹ ਹੈ ਯਹੋਨਾ ਦਾ ਪਹਿਲਾ ਚੈਪਟਰ, ਉਸ ਦੀਆਂ ਪਹਿਲੀਆਂ 14 ਆਇਤਾਂ। ਜਿਸ ਨੂੰ ਮਿਲ ਜਾਓ ਮੈਂ ਪੜ੍ਹ ਦਿੰਦੀ ਦੱਸ ਜੀ। ਮੇਰੀ ਪਿਆਰੀ ਪੰਨਾ ਜ਼ਰੂਰ ਦੱਸ ਦਿਓ। ਨਵੇਂ ਨਿਯਮ ਦੇ ਵਿੱਚ ਹਾਂਜੀ, ਪੰਨਾ ਨੰਬਰ ਹੈਗਾ 161। ਸ਼ਬਦ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ, ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਜੋ ਪਰਮੇਸ਼ਵਰ ਸੀ ਉਹੀ ਸ਼ਬਦ ਸੀ, ਉਹ ਸ਼ੁਰੂ ਤੋਂ ਹੀ ਪਰਮੇਸ਼ਵਰ ਦੇ ਨਾਲ ਸੀ। ਸਭ ਚੀਜ਼ਾਂ ਦੀ ਰਚਨਾ ਪਰਮੇਸ਼ਵਰ ਨੇ ਉਸਦੇ ਰਾਹੀਂ ਕੀਤੀ। ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸਦੇ ਬਿਨਾਂ ਨਾ ਰਚੀ ਗਈ। ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ। ਚਾਨਣ ਹਨੇਰੇ ਵਿੱਚ ਚਮਕ ਰਿਹਾ ਹੈ, ਪਰ ਹਨੇਰੇ ਨੇ ਇਸ ਉੱਤੇ ਕਦੇ ਵੀ ਕਾਬੂ ਨਾ ਪਾਇਆ। ਪਰਮੇਸ਼ਵਰ ਨੇ ਆਪਣੇ ਇੱਕ ਦੂਤ ਨੂੰ ਘੱਲਿਆ, ਉਸਦਾ ਨਾਂ ਯਹੂਨਾ ਸੀ। ਉਹ ਚਾਨਣ ਦੇ ਬਾਰੇ ਗਵਾਹੀ ਦੇਣ ਲਈ ਆਇਆ ਤਾਂ ਜੋ ਸਾਰੇ ਲੋਕੀ ਉਸਦੀ ਗਵਾਹੀ ਸੁਣ ਕੇ ਵਿਸ਼ਵਾਸ ਕਰਨ। ਉਹ ਆਪ ਤਾਂ ਚਾਨਣ ਨਹੀਂ ਸੀ, ਸਗੋਂ ਚਾਨਣ ਦੇ ਬਾਰੇ ਗਵਾਹੀ ਦੇਣ ਲਈ ਆਇਆ ਸੀ। ਸੱਚਾ ਚਾਨਣ ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ ਸੰਸਾਰ ਵਿੱਚ ਆ ਰਿਹਾ ਸੀ। ਉਹ ਸੰਸਾਰ ਵਿੱਚ ਸੀ। ਪਰਮੇਸ਼ਵਰ ਨੇ ਸਾਰਾ ਸੰਸਾਰ ਉਸਦੇ ਦੁਆਰਾ ਰਚਿਆ, ਪਰ ਫਿਰ ਵੀ ਸੰਸਾਰ ਨੇ ਉਸਨੂੰ ਨਾ ਜਾਣਿਆ। ਉਹ ਆਪਣੇ ਘਰ ਆਇਆ, ਪਰ ਉਸਦੇ ਆਪਣੇ ਲੋਕਾਂ ਨੇ ਹੀ ਉਸਨੂੰ ਸਵੀਕਾਰ ਨਾ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਨਾ ਕੀਤਾ। ਪਰ ਜਿਨ੍ਹਾਂ ਨੇ ਉਸਨੂੰ ਸਵੀਕਾਰ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਤੋਂ ਅਤੇ ਨਾ ਹੀ ਆਦਮੀ ਦੀ ਇੱਛਾ ਤੋਂ ਹੋਇਆ, ਸਗੋਂ ਪਰਮੇਸ਼ਵਰ ਦੀ ਆਪਣੀ ਇੱਛਾ ਨਾਲ ਉਸਦੀ ਸੰਤਾਨ ਬਣੇ। ਸ਼ਬਦ ਮਨੁੱਖ ਬਣਿਆ ਅਤੇ ਸਾਡੇ ਵਿੱਚ ਰਿਹਾ।
ਅਸੀਂ ਉਸ ਦਾ ਪ੍ਰਤਾਪ ਦੇਖਿਆ ਜਿਹੜਾ ਕਿਰਪਾ ਤੇ ਸੱਚਾਈ ਨਾਲ ਸੰਪੂਰਨ ਸੀ। ਇਹ ਪ੍ਰਤਾਪ ਉਸ ਨੂੰ ਪਿਤਾ ਦੇ ਇਕਲੌਤੇ ਪੁੱਤਰ ਹੋਣ ਤੇ ਮਿਲਿਆ ਸੀ। ਆਮੀਨ। Amen. Amen. ਦੇਖੋ ਕਿਦਾਂ ਇਹ ਪਹਿਲੇ ਚੈਪਟਰ ਨੂੰ ਖੋਲ ਕੇ ਰੱਖ ਦਿੰਦਾ ਹੈ ਕਿ ਆਦ ਦੇ ਵਿੱਚ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ ਜੋ ਗੂੰਜ ਰਿਹਾ ਸੀ। ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਜੋ ਪਰਮੇਸ਼ਵਰ ਸੀ। ਉਹ ਸ਼ਬਦ ਸੀ। There's no difference between that. ਜਿਵੇਂ ਅਸੀਂ ਉਤਪਤੀ ਵਿੱਚ ਜਾਂਦੇ ਤਦ ਪਰਮੇਸ਼ਵਰ ਨੇ ਕਿਹਾ ਕਿ ਹੁਣ ਅਸੀਂ ਮਨੁੱਖ ਦੀ ਰਚਨਾ ਕਰਾਂਗੇ ਔਰ ਉਸ ਨੂੰ ਆਪਣੇ ਸਰੂਪ ਤੇ ਬਣਾਵਾਂਗੇ। Isn't that a beauty? ਉਹ ਸ਼ਬਦ ਦੇ ਦੁਆਰਾ ਉਸਨੇ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ ਔਰ ਅਸੀਂ ਕਿਆ ਦੇਖਦੇ ਉੱਤੇ ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਨੇ ਕਿਹਾ। 5 ਵਾਰੀ ਅਸੀਂ ਉਹ ਤੋਂ ਨਹੀਂ ਸੁਣਦੇ। ਕੌਣ ਕਰ ਰਿਹਾ ਸੀ? ਪਵਿੱਤਰ ਆਤਮਾ। ਸ਼ਬਦ ਔਰ ਪਰਮੇਸ਼ਵਰ ਕੌਣ ਸੀ? ਦੋਨੋਂ ਇੱਕ ਸੀ। ਇੱਕ ਪਰਮੇਸ਼ਵਰ ਸੀ ਜੋ ਜਿਸ ਨੂੰ ਸਾਰੀਆਂ ਜਿੰਨੀਆਂ ਵੀ ਅਸੀਂ ਗੈਲੈਕਸੀ, ਸਾਡੀ ਤਾਂ ਇੱਕ ਗੈਲੈਕਸੀ ਮਿਲਕੀ ਵੇ ਗੈਲੈਕਸੀ ਹੈ ਨਾ ਜਿਹਦੇ ਵਿੱਚ ਅਸੀਂ ਜੀਵ ਪਏ, ਔਰ ਏਦਾਂ ਦੀਆਂ ਕਈ ਗੈਲੈਕਸੀਆਂ ਜਿਹੜੇ ਪਰਮੇਸ਼ਵਰ ਨੇ ਕਿਹਾ ਕਿ ਉਸਨੇ ਤਾਰੇ ਬਣਾਏ। ਜਿਹੜਾ ਸੂਰਜ ਆ ਉਹ ਸਾਡਾ ਤਾਰਾ ਹੈ। ਹਰ ਤਾਰੇ ਦੇ ਅਨੁਸਾਰ ਇਸੇ ਤਰ੍ਹਾਂ ਧਰਤੀਆਂ ਘੁੰਮਦੀਆਂ। ਜਿੰਨੇ ਵੀ ਅਸੀਂ ਰਾਤ ਨੂੰ ਤਾਰੇ ਦੇਖਦੇ ਹਾਂ ਸਾਰੇ ਦੇ ਸਾਰੇ ਸੂਰਜ ਆ ਜਿਨ੍ਹਾਂ ਦੇ ਦੁਆਲੇ ਸਾਡੇ ਵਰਗੀਆਂ, ਸਾਡੀ ਧਰਤੀ ਵਰਗੀਆਂ ਬਹੁਤ ਸਾਰੀਆਂ ਧਰਤੀਆਂ ਘੁੰਮਦੀਆਂ ਪਈਆਂ, ਪਰ ਲਾਈਫ ਉਹਨਾਂ ਚ ਕਿਸੇ ਤੇ ਹੈ। ਲਾਈਫ ਦੇ ਲਈ ਪ੍ਰਭੂ ਨੇ ਧਰਤੀ ਚੁਣੀ। Don't worry about the aliens. I will cover that too. ਮੈਂ ਉਹਨਾਂ ਨੂੰ ਵੀ ਕਵਰ ਕਰੂੰਗਾ ਕਿ ਏਲੀਅਨ ਕਿੱਥੋਂ ਆਉਂਦੇ ਪਏ, ਉਹਨਾਂ ਨੂੰ ਜ਼ਰੂਰ ਕਵਰ ਕਰੂੰਗਾ। Don't worry about it. ਜਿਹੜੇ ਅਸੀਂ 5ਵੇਂ 6ਵੇਂ ਚੈਪਟਰ ਤੱਕ ਪਹੁੰਚਾਂਗੇ ਤਾਂ ਉੱਥੇ ਜਾ ਕੇ ਕਵਰ ਕਰਾਂਗੇ। ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਤਾਰੇ, ਇਹ ਸਭ ਕੁਝ ਪ੍ਰਭੂ ਨੇ ਬਣਾਇਆ। ਇਹ ਤਾਰੇ ਜਿੰਨੀਆਂ ਵੀ ਗੈਲੈਕਸੀਆਂ ਬਣਾਈਆਂ, ਇਹ ਸਾਰੀਆਂ ਚੀਜ਼ਾਂ ਧਰਤੀ ਦੀ ਇਸ ਮਿਲਕੀ ਵੇ ਗੈਲੈਕਸੀ ਨੂੰ ਸੰਤੁਲਨ ਦੇ ਵਿੱਚ ਰੱਖਣ ਦੇ ਲਈ ਬਣਾਈਆਂ। ਕੋਈ ਵੀ ਗੈਲੈਕਸੀ ਅਗਰ ਹਿੱਲ ਜਾਂਦੀ ਤਾਂ ਸੰਤੁਲਨ ਹਿੱਲ ਜਾਂਦਾ। ਔਰ ਅਗਲੇ ਥੋੜੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਵੀ ਦੇਖਾਂਗੇ, ਛੋਟੀ ਜਿਹੀ ਵੀਡੀਓ ਮੈਂ ਘੱਲਿਆ ਕਰੂੰਗਾ, ਤੁਸੀਂ ਦੇਖ ਆਪ ਲਿਆ ਕਰੋ। ਅਸੀਂ ਇੰਨੀਆਂ ਚੀਜ਼ਾਂ ਕਵਰ ਨਹੀਂ ਕਰ ਸਕਦੇ ਹੈ ਨਾ, ਸਾਡੇ ਕੋਲ ਟਾਈਮ ਥੋੜਾ। ਲੇਕਿਨ ਜਿਸ ਵੇਲੇ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਉਂਦੇ ਹਾਂ ਤੇ ਸ਼ਬਦ ਪਰਮੇਸ਼ਵਰ ਆ, ਪਰਮੇਸ਼ਵਰ ਸ਼ਬਦ ਆ, ਉਹ ਦੋਨੋਂ ਇੱਕ। ਆਤਮਾ ਪਰਮੇਸ਼ਵਰ ਦਾ ਉਹ ਵੀ ਇੱਕ, ਤਿੰਨ ਹੁੰਦਿਆਂ ਹੋਇਆਂ ਵੀ ਉਹ ਇੱਕ ਆ। ਹੁਣ ਸ਼ਬਦ ਦਾ ਕੀ ਬਣਿਆ? ਸ਼ਬਦ ਕਿੱਥੇ ਗਿਆ? ਪ੍ਰਭੂ ਦਾ ਵਚਨ ਇਹ ਕਹਿੰਦਾ, ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ। ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਜੋ ਪਰਮੇਸ਼ਵਰ ਸੀ ਉਹੀ ਸ਼ਬਦ ਸੀ। ਸਭ ਚੀਜ਼ਾਂ ਦੀ ਰਚਨਾ ਪਰਮੇਸ਼ਵਰ ਨੇ ਉਸਦੇ ਰਾਹੀਂ ਕੀਤੀ। ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਤੋਂ ਬਿਨਾਂ ਨਹੀਂ ਰਚੀ ਗਈ। ਉਸਦੇ ਵਿੱਚ ਜੀਵਨ ਸੀ ਅਤੇ ਜੀਵਨ ਮਨੁੱਖਤਾ ਦਾ ਚਾਨਣ ਸੀ। ਚਾਨਣ ਹਨੇਰੇ ਤੇ ਚਮਕ ਰਿਹਾ ਸੀ, ਪਰ ਹਨੇਰੇ ਨੇ ਕਦੀ ਉਸਦੇ ਉੱਤੇ ਕਾਬੂ ਨਹੀਂ ਪਾਇਆ। 9ਵੀਂ ਆਇਤ ਦੇ ਵਿੱਚ ਆ ਜਾਓ। ਸੱਚਾ ਚਾਨਣ ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ ਸੰਸਾਰ ਦੇ ਵਿੱਚ ਆ ਰਿਹਾ ਸੀ। ਉਹ ਸੰਸਾਰ ਦੇ ਵਿੱਚ ਸੀ। ਪਰਮੇਸ਼ਰ ਨੇ ਸਾਰਾ ਸੰਸਾਰ ਉਸਦੇ ਦੁਆਰਾ ਰਚਿਆ, ਪਰ ਫਿਰ ਵੀ ਸੰਸਾਰ ਨੇ ਉਸਨੂੰ ਨਾ ਜਾਣਿਆ। ਉਹ ਆਪਣੇ ਘਰ ਆਇਆ, ਉਸਦੇ ਆਪਣਿਆਂ ਲੋਕਾਂ ਨੇ ਹੀ ਉਸਨੂੰ ਸਵੀਕਾਰ ਨਾ ਕੀਤਾ, ਪਰ
ਉਸ ਉੱਤੇ ਵਿਸ਼ਵਾਸ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। See that? ਜਿਸ ਲਈ ਅਸੀਂ ਪਹਿਲੇ ਚੈਪਟਰ ਦੇ ਨਾਲ ਰਲਾ ਕੇ ਦੇਖਦੇ ਕਿੰਨੀ ਵੱਡੀ ਬਰਕਤ ਹੈ। ਸਰੂਪ ਦੇ ਵਿੱਚ ਉਸਨੇ ਆਪਣਾ ਸਰੂਪ ਪਾਇਆ ਔਰ ਸਰੂਪ ਦੇ ਵਿੱਚ ਫਿਰ ਉਸਨੇ ਆਪਣਾ ਆਤਮਾ ਪਾਇਆ ਔਰ ਫਿਰ ਅਧਿਕਾਰ ਦਿੱਤਾ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਕਹਾਏ। ਇਹ ਹੈ ਪਰਮੇਸ਼ਵਰ ਦੇ ਵਿੱਚ ਸਾਡੀ ਜਗ੍ਹਾ। ਇਸ ਕਰਕੇ ਪ੍ਰਭੂ ਜੀ ਯਿਸੂ ਨੇ ਕਿਹਾ, ਮੈਂ ਤੁਹਾਨੂੰ ਕਦੀ ਆਪਣੇ ਨੌਕਰ ਨਹੀਂ ਕਹੂੰਗਾ। ਤੁਸੀਂ ਦੇਖੀ ਜਾਓ ਜਿੱਦਾਂ ਜਿੱਦਾਂ ਆਪਾਂ ਅੱਗੇ ਵਧਾਂਗੇ ਕਿੱਦਾਂ ਕਿੱਦਾਂ ਪਰਮੇਸ਼ਰ ਦਾ ਵਚਨ ਵੱਜਦਾ ਚਲਿਆ ਜਾਂਦਾ ਔਰ ਕਿੱਦਾਂ ਇਨਸਾਨ ਨੂੰ ਹਨੇਰੇ ਵਿੱਚੋਂ ਕੱਢ ਕੇ, ਚਿੱਕੜ ਦੇ ਵਿੱਚੋਂ ਕੱਢ ਕੇ, ਧੋ ਕੇ ਐਨ ਬਣਾ ਕੇ ਦੁਨੀਆ ਤੇ ਖੜਾ ਕਰ ਔਰ ਨੀ ਵੀ ਪ੍ਰਭੂ ਯਿਸੂ ਜਿੱਦਾਂ ਜਿੱਦਾਂ ਅਸੀਂ ਅੱਗੇ ਵਧਾਂਗੇ। ਦੇਖੋ, ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਆਦਮੀ ਦੀ ਇੱਛਾ ਤੋਂ ਹੋਇਆ, ਸਗੋਂ ਉਹ ਪਰਮੇਸ਼ਰ ਦੀ ਆਪਣੀ ਇੱਛਾ ਦੇ ਨਾਲ ਉਸ ਦੀ ਸੰਤਾਨ ਬਣੇ। ਸੋ ਅਸੀਂ ਬੈਕ ਉਸੇ ਆਇਤ ਦੇ ਵਿੱਚ ਆ ਗਏ ਕਿ ਪਰਮੇਸ਼ਰ ਨੇ ਕਿਹਾ ਹੁਣ ਅਸੀਂ ਆਦਮੀ ਨੂੰ ਆਪਣੇ ਸਰੂਪ ਤੇ ਬਣਾਵਾਂਗੇ। ਸੋ ਜਿਸ ਲਈ ਯਿਸੂ ਦੇ ਵਿੱਚ ਸਾਡਾ ਨਵਾਂ ਜਨਮ ਹੁੰਦਾ, we are back at that point। ਅਸੀਂ ਪਰਮੇਸ਼ਰ ਦੀ ਸੰਤਾਨ ਉੱਥੇ ਸਾਡਾ ਨਵਾਂ ਜਨਮ ਹੁੰਦਾ। ਇਹ ਹੈ ਪ੍ਰਭੂ ਦਾ ਬਚਨ। ਔਰ ਉਸ ਤੋਂ ਬਾਅਦ ਉਹ ਕਹਿੰਦਾ ਸ਼ਬਦ ਮਨੁੱਖ ਬਣਿਆ। ਜਿਸ ਜਿਹੜਾ ਅਸੀਂ ਉਤਪਤ ਦੇ ਵਿੱਚ ਜਿਹੜਾ ਅਸੀਂ ਸ਼ਬਦ ਦੇਖਦੇ ਪਏ ਹਾਂ, ਪ੍ਰਭੂ ਨੇ ਕਿਹਾ, ਪ੍ਰਭੂ ਨੇ ਕਿਹਾ, ਪ੍ਰਭੂ ਨੇ ਕਿਹਾ, ਪ੍ਰਭੂ ਨੇ ਕਿਹਾ ਔਰ ਪੰਜਵੀਂ ਵਾਰੀ ਪ੍ਰਭੂ ਨੇ ਕਿਹਾ, ਅਸੀਂ ਉਹ ਸ਼ਬਦ ਨੂੰ ਮਨੁੱਖ ਬਣਦਾ ਦੇਖਦੇ ਹਾਂ। ਸ਼ਬਦ ਮਨੁੱਖ ਬਣਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸ ਦਾ ਪ੍ਰਤਾਪ ਦੇਖਿਆ ਜਿਹੜਾ ਕਿਰਪਾ ਤੇ ਸੱਚਾਈ ਦੇ ਨਾਲ ਸੰਪੂਰਨ ਸੀ। ਇਹ ਪ੍ਰਤਾਪ ਉਸ ਨੂੰ ਪਿਤਾ ਦੇ ਇਕਲੌਤੇ ਪੁੱਤਰ ਦੇ ਹੋਣ ਦੇ ਕਰਕੇ ਮਿਲਿਆ। ਸ਼ਬਦ ਨੇ ਦੇ ਲਈ ਔਰ ਸਾਡੇ ਵਿੱਚ ਆਇਆ, ਸਾਡੇ ਵਿੱਚ ਆਇਆ। And that's the beauty of it। ਇਹ ਹੈ ਬਰਕਤ। ਕੱਲ ਨੂੰ ਅਸੀਂ ਦੂਜੇ ਚੈਪਟਰ ਦੇ ਵਿੱਚ ਜਾਵਾਂਗੇ ਔਰ ਪ੍ਰਭੂ ਦੀ ਬਰਕਤ ਦੇਖਾਂਗੇ। ਪਰਮੇਸ਼ਰ ਦੀ ਸੰਤਾਨ ਆ ਤੁਸੀਂ। ਸਾਰੀਆਂ ਚੀਜ਼ਾਂ ਰਚ ਕੇ ਉਸਨੇ ਸਾਨੂੰ ਬਣਾਇਆ। ਸਾਡਾ ਧਿਆਨ ਰਚੀਆਂ ਚੀਜ਼ਾਂ ਦੇ ਵੱਲ ਨਹੀਂ ਹੋਣਾ ਚਾਹੀਦਾ। ਸਾਡਾ ਧਿਆਨ ਰਚਨਹਾਰੇ ਦੇ ਵੱਲ ਹੋਣਾ ਚਾਹੀਦਾ। ਉਹਦੇ ਵੱਲ ਹੋਣਾ ਚਾਹੀਦਾ। ਉਸ ਦਰਵਾਜ਼ੇ ਦੇ ਅੰਦਰ ਕੀ ਆ ਉਹਦੇ ਵੱਲ ਹੋਣਾ ਚਾਹੀਦਾ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੀ ਮਹਾਨ ਬਰਕਤਾਂ ਦੇ ਲਈ। ਪ੍ਰਭੂ ਜੀ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ ਜੋ ਤੂੰ ਸਾਨੂੰ ਦਿੰਦਾ। ਅਸੀਂ ਤੇਰੀ ਸ਼ੁਕਰ ਕਰਦੇ ਹਾਂ ਖੁਦਾਵੰਦ ਤੇਰੀ ਇਸ ਵੱਡੀ ਦਇਆ ਦੇ ਲਈ ਕਿ ਪ੍ਰਭੂ ਸਾਨੂੰ ਇਹਨਾਂ ਚੀਜ਼ਾਂ ਦਾ ਕੁਛ ਨਹੀਂ ਸੀ ਪਤਾ ਜਿੱਥੋਂ ਅਸੀਂ ਆਏ ਸੀ। ਕੋਈ ਸਾਨੂੰ ਗਾਂ ਦੇ ਪੇਟ ਚੋਂ ਪੈਦਾ ਕਰਦਾ ਪਿਆ ਸੀ, ਕੋਈ ਸਾਨੂੰ ਪੈਰਾਂ ਚੋਂ ਪੈਦਾ ਕਰਦਾ ਪਿਆ ਸੀ, ਕੋਈ ਕਿੱਥੋਂ ਪੈਦਾ ਕਰਦਾ ਸੀ। ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਕਿ ਅਸੀਂ ਤੇਰੀ ਛਵੀ ਤੇ ਪੈਦਾ ਹੋਏ ਔਰ ਤੇਰੇ ਪੁੱਤਰ ਦੇ ਵਿੱਚ ਪ੍ਰਭੂ ਜੀ ਇੱਕ ਵਾਰ ਫਿਰ ਅਸੀਂ ਦੁਬਾਰਾ ਪੈਦਾ ਹੋਏ। ਇਸ ਦੇ ਲਈ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ। ਅੱਜ ਦੀ ਇਸ ਸ਼ੁਰੂਆਤ ਨੂੰ ਪ੍ਰਭੂ ਜੀ ਤੂੰ ਸਵੀਕਾਰ ਕਰੀ। ਕੱਲ ਨੂੰ ਅਸੀਂ ਜਿਸ ਲਈ ਤੇਰੇ ਵਚਨ ਦੇ ਵਿੱਚ ਅੱਗੇ ਵਧੀਏ ਤਾਂ ਪ੍ਰਭੂ ਜੀ ਤੂੰ ਸਾਨੂੰ ਲੀਡ ਕਰੀ, ਸਾਨੂੰ ਤੂੰ ਗਾਈਡ ਕਰੀ। ਖੁਦਾਵੰਦ ਆਪਣੇ ਵਚਨ ਦੇ ਵਿੱਚ ਸਰਲਤਾ ਲੈ ਕੇ ਆਈ, ਬੁੱਧ ਲੈ ਕੇ ਆਈ, ਆਪਣੀ ਹਜ਼ੂਰੀ ਲੈ ਕੇ। ਜਦ ਤੱਕ ਅਸੀਂ ਦੁਆਰਾ ਮਿਲੀਏ ਤੇ ਪ੍ਰਭੂ ਤੇਰਾ ਰਹਿਮ, ਤੇਰੀ ਕੁਦਰਤ, ਤੇਰਾ ਪਿਆਰ ਔਰ ਪ੍ਰਭੂ ਜੀ ਸਭ ਤੋਂ ਜ਼ਿਆਦਾ ਤੇਰੀ ਰਾਖੀ ਸਾਡੇ ਸਭ ਦੇ ਨਾਲ ਬਣੀ ਰਹੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ
ਬਲੈਸ ਯੂ। ਕੱਲ ਨੂੰ ਅਸੀਂ ਚਾਰਟਸ ਦੇ ਵਿੱਚ ਥੋੜਾ ਜਿਹਾ ਗੁਜ਼ਰਾਂਗੇ ਔਰ ਕੱਲ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ। ਬਲੈਸ ਯੂ ਆਲ। ਖੁਦਾਵੰਦ ਤੁਹਾਡੇ ਸਭ